हेलो फ्रेंड्स, वेलकम टू माय चैनल जिसका नाम है सिमरन पंजाबी। ये चैनल मैं खास तौर ते पंजाबी ਦੇ ਸਟੂਡੈਂਟ ਲਈ ਬਣਾਇਆ ਜੋ ਐਂਟਰੀ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਤੇ ਇੱਥੇ ਆ ਕੇ ਆਪਣੇ ਐਗਜ਼ਾਮ ਦੀ ਤਿਆਰੀ ਕਰ ਸਕਦੇ ਨੇ। ਇੱਥੇ ਤੁਹਾਨੂੰ ਡਿਫਰੈਂਟ ਟਾਈਪ ਦੀ ਇਨਫੋਰਮੇਸ਼ਨ ਪ੍ਰੋਵਾਈਡ ਕਰਵਾਵਾਂਗੀ ਜੋ ਤੁਹਾਡੇ ਐਗਜ਼ਾਮ ਵਾਸਤੇ ਜ਼ਰੂਰੀ ਹੈ। ਇਸ ਤੋਂ ਇਲਾਵਾ ਤੁਹਾਨੂੰ ਮੈਂ ਦੱਸ ਦਿੰਦੀ ਹਾਂ ਮੈਂ ਐਜੂਕੇਟਰ ਹਾਂ ਅਨਅਕੈਡਮੀ ਤੇ। ਤੁਸੀਂ ਜਿਸ ਤਰ੍ਹਾਂ ਮੇਰੀ ਪ੍ਰੋਫਾਈਲ ਦੇਖ ਸਕਦੇ ਹੋ, ਐਜੂਕੇਟਰ ਮੈਂ ਅਨਅਕੈਡਮੀ ਤੇ ਪੰਜਾਬੀ ਸਬਜੈਕਟ ਦੀ ਹਾਂ। ਅਨਅਕੈਡਮੀ ਤੇ ਜਾ ਕੇ ਤੁਸੀਂ ਮੈਨੂੰ ਫੋਲੋ ਕਰ ਸਕਦੇ ਹੋ, ਉਸ ਤਰ੍ਹਾਂ ਮੇਰੀ ਪ੍ਰੋਫਾਈਲ ਤੁਹਾਨੂੰ ਸ਼ੋ ਹੋ ਜਾਏਗੀ। ਇਸ ਤੋਂ ਇਲਾਵਾ ਫਸਟ ਟਾਈਮ ਪੰਜਾਬੀ ਐਜੂਕੇਟਰਸ ਉੱਥੇ ਕੋਈ ਹੈ तो जो कि NTA UGC ਨੈਟ ਵਾਸਤੇ ਪੜ੍ਹਾ ਰਿਹਾ तो ਮੇਰਾ ਨਾਮ ਤੁਸੀਂ ਉੱਥੇ ਸਰਚ ਕਰਕੇ ਮੇਰੇ ਜਿੰਨੇ ਵੀ ਕੋਰਸ ਹੈ ਤੁਸੀਂ ਨਾਲ ਦੇ ਨਾਲ ਦੇਖ ਸਕਦੇ ਹੋ। ਨੈਟ ਕੁਆਲੀਫਾਈ ਹਾਂ ਪੰਜਾਬੀ ਸਬਜੈਕਟ ਦੇ ਵਿੱਚ। ਇਸ ਤੋਂ ਇਲਾਵਾ ਯੂਟਿਊਬਰ ਹਾਂ ਤੇ ਨਾਲ ਦੇ ਨਾਲ ਟੈਲੀਗ੍ਰਾਮ ਚੈਨਲ ਵੀ ਹੈ ਮੇਰਾ, ਜਿਸ ਦੇ ਵਿੱਚ ਬਹੁਤ ਸਾਰੇ ਸਟੂਡੈਂਟ ਜੁੜੇ ਹੋਏ ਨੇ ਜੋ ਡੇਲੀ ਕੁਇਜ਼ ਕਰਕੇ ਜਿੰਨੇ ਵੀ ਆਪਣੀ ਸਟੱਡੀ ਹੈ ਉਹਦੇ ਨਾਲ ਰਿਵੀਜ਼ਨ ਕਰਦੇ ਪਏ ਨੇ। ਇਸ ਤੋਂ ਇਲਾਵਾ ਤੁਸੀਂ ਜਦੋਂ ਵੀ ਅਨਅਕੈਡਮੀ ਤੇ ਜਾਓਗੇ, ਅਗਰ ਤੁਸੀਂ ਪਲੱਸ ਕੋਰਸਿਸ ਜੁਆਇਨ ਕਰਨੇ ਹੁੰਦੇ ਨੇ ਮੇਰੇ ਤਾਂ ਸਿਮੂ1 ਰੈਫਰ ਕੋਡ ਯੂਜ਼ ਕਰ ਸਕਦੇ ਹੋ ਤੇ ਉੱਥੇ ਤੁਹਾਨੂੰ ਜਿਹੜੇ ਬੈਚ ਕੋਰਸਿਸ ਦੇ ਨਾਲ ਮੇਰੇ ਇਕੱਲੇ ਦੇ ਕੋਰਸਿਸ ਵੀ ਮਿਲ ਜਾਣਗੇ। ਮੇਰੇ ਸਾਰੇ ਪੁਰਾਣੇ ਕੋਰਸਿਸ ਹੈ ਜੋ ਕਿ ਬੈਚ ਕੋਰਸਿਸ ਰਹੇ ਸੀ ਪੇਪਰ 1 ਦੇ ਐਜੂਕੇਟਰਸ ਦੇ ਨਾਲ ਮੇਰੇ। ਇਸ ਤੋਂ ਇਲਾਵਾ ਡੇਲੀ ਸਪੈਸ਼ਲ ਕਲਾਸਿਸ ਅਸੀਂ ਰੱਖਦੇ ਹਾਂ ਜੋ ਕਿ ਤੁਹਾਡੇ ਫ੍ਰੀ ਹੁੰਦੀਆਂ ਨੇ, ਫ੍ਰੀ ਆਫ ਕਾਸਟ। ਜਿਵੇਂ ਅਸੀਂ 21 ਸਤੰਬਰ ਨੂੰ ਮੇਰੀ ਕਲਾਸ ਸੀ, 17 16 15 ਇਸ ਤਰ੍ਹਾਂ ਮੈਂ ਰੋਜ਼ ਕਲਾਸਿਸ ਲੈਂਦੀ ਹਾਂ ਤੇ ਸਾਰੀਆਂ ਕਲਾਸਿਸ MCQs ਬੇਸਿਸ ਹੀ ਹੁੰਦੀਆਂ ਨੇ ਤੇ ਸਾਰੀਆਂ ਕਿ ਤੁਹਾਡੇ ਐਗਜ਼ਾਮ ਵਾਸਤੇ ਕਾਫੀ ਜ਼ਿਆਦਾ ਹੈਲਪਫੁਲ ਹੁੰਦੀਆਂ ਨੇ। ਮੰਥਲੀ ਪਲੱਸ ਕੋਰਸਿਸ ਮੇਰੇ ਅਨਅਕੈਡਮੀ ਤੇ ਚੱਲਦੇ ਰਹਿੰਦੇ ਨੇ ਜਿਨ੍ਹਾਂ ਦੇ ਵਿੱਚ ਅਸੀਂ ਜਿੰਨੇ ਵੀ ਟੌਪਿਕ ਹੈ, ਅਗਰ 3 ਮੰਥ ਦਾ ਕੋਰਸ ਹੈ ਤਾਂ ਤੁਹਾਨੂੰ 3 ਮੰਥ ਦੇ ਕੋਰਸ ਵਿੱਚ ਆਲ ਯੂਨਿਟ ਮੈਂ ਕਲੀਅਰ ਕਰਵਾਵਾਂਗੀ ਜੋ ਕਿ ਤੁਹਾਡੇ ਐਗਜ਼ਾਮ ਵਾਸਤੇ ਹੈਗੇ ਨੇ। ਡਾਊਟ ਕਲੀਅਰ ਸੈਸ਼ਨ ਹੁੰਦਾ ਹੈ, MCQs ਨਾਲ ਰੱਖੇ ਜਾਂਦੇ ਨੇ ਤਾਂ ਕਿ ਤੁਹਾਨੂੰ ਕੋਈ ਵੀ ਪ੍ਰੋਬਲਮ ਇਸ ਦੇ ਵਿੱਚ ਨਾ ਆਏ। ਹੁਣ ਦੇਖੋ ਅਨਅਕੈਡਮੀ ਤੇ ਜਦੋਂ ਤੁਸੀਂ ਜਾਓਗੇ, ਅਗਰ ਤੁਸੀਂ ਪਲੱਸ ਦੇ ਵਿੱਚ ਆਪਣਾ ਸਬਸਕ੍ਰਿਪਸ਼ਨ ਲੈਣਾ ਤੁਹਾਨੂੰ ਉੱਥੇ 2 ਚੀਜ਼ਾਂ ਸ਼ੋ ਹੋਣਗੀਆਂ, ਇੱਕ ਇੰਡੀਆ ਪਲੱਸ, ਇੱਕ ਆਈਕੋਨਿਕ ਆ ਜਾਂਦੀਆਂ ਨੇ। ਪਲੱਸ ਦੇ ਵਿੱਚ ਕੀ ਹੁੰਦੇ ਨੇ, ਇੰਡੀਆ ਬੈਸਟ ਐਜੂਕੇਟਰਸ ਤੁਹਾਨੂੰ ਪੜ੍ਹਾਉਂਦੇ ਨੇ, ਨਾਲ ਦੇ ਨਾਲ ਲਾਈਵ ਕਲਾਸਿਸ ਹੁੰਦੀਆਂ ਨੇ ਤੇ ਕੋਰਸਿਸ ਤੇ PDF ਤੁਸੀਂ ਡਾਊਨਲੋਡ ਕਰ ਸਕਦੇ ਨੇ। ਲਾਈਵ ਟੈਸਟ ਤੇ ਕੁਇਜ਼ ਦੇ ਰੂਪ ਦੇ ਵਿੱਚ ਵੀ ਹੁੰਦੇ ਨੇ। ਇਸ ਤੋਂ ਇਲਾਵਾ ਆਈਕੋਨਿਕ ਤੇ ਅਗਰ ਤੁਸੀਂ ਚੂਜ਼ ਕਰਦੇ ਨੇ ਤੇ ਬੈਸਟ ਐਜੂਕੇਟਰਸ ਲਾਈਵ ਕਲਾਸ ਕੋਰਸਿਸ ਹੁੰਦੇ ਨੇ, ਕੁਇਜ਼ ਤੇ ਨਾਲ ਦੇ ਨਾਲ ਟੈਸਟ ਹੁੰਦੇ ਨੇ। ਪਰਸਨਲ ਕੋਚ ਤੁਹਾਨੂੰ ਇੱਕ ਪ੍ਰੋਵਾਈਡ ਕਰਵਾਇਆ ਜਾਏਗਾ ਜੋ ਕਿ ਤੁਹਾਡੇ ਕੋਲ ਹੋਏਗਾ ਹਮੇਸ਼ਾ। ਅਗਰ ਤੁਸੀਂ ਕੋਈ ਵੀ ਪ੍ਰੋਬਲਮ ਹੁੰਦੀ ਹੈ ਤੁਸੀਂ ਉਸਨੂੰ ਪੁੱਛ ਸਕਦੇ ਹੋ ਤੇ ਇਸ ਤੋਂ ਇਲਾਵਾ ਡਾਊਟ ਉਹ ਤੁਹਾਡੇ ਸੋਲਵ ਕਰੇਗਾ। ਸਟੱਡੀ ਮਟੀਰੀਅਲ ਤੁਹਾਨੂੰ ਪ੍ਰੋਵਾਈਡ ਕਰਵਾਏਗਾ ਨਾਲ ਦੇ ਨਾਲ ਜਿੰਨੀ ਹੈਲਪ ਹੋ ਸਕਦੀ ਹੈ ਤੇ ਇਸ ਤੋਂ ਇਲਾਵਾ ਇੰਟਰਵਿਊ ਜਿਹੜਾ ਹੋਏਗਾ ਤੁਹਾਡਾ ਉਹਦੇ ਵਾਸਤੇ ਵੀ ਤੁਹਾਡੀ ਹੈਲਪ ਕਾਫੀ ਜ਼ਿਆਦਾ ਕਰੇਗਾ। ਇਹ ਸਾਰਾ ਕੁਝ ਅਗਰ ਤੁਸੀਂ ਲੈਣਾ ਚਾਹੁੰਦੇ ਹੋ ਤੁਹਾਨੂੰ ਰੈਫਰ ਕੋਡ ਮੇਰਾ ਯੂਜ਼ ਕਰਨਾ ਪਏਗਾ। ਸਿਮੂ1 ਰੈਫਰ ਕੋਡ ਹੋਏਗਾ ਉੱਥੇ ਮੇਰਾ, ਜਿਸ ਦੇ ਨਾਲ ਤੁਹਾਨੂੰ 10% ਡਿਸਕਾਊਂਟ ਮਿਲੇਗਾ। ਇਸ ਤੋਂ ਇਲਾਵਾ ਫੀਸ ਵੀ ਤੁਹਾਨੂੰ ਦੱਸ ਦਿੰਦੀ ਹਾਂ। ਜਸਟ ਮੈਂ ਪਲੱਸ ਦੀ ਤੁਹਾਨੂੰ ਫੀਸ ਦੱਸਦੀ ਪਈ ਹੈ ਜਿਸ ਦੇ ਵਿੱਚ ਅਗਰ ਤੁਸੀਂ 3 ਮੰਥ ਦਾ ਕੋਰਸ ਲੈਣਾ ਹੈ ਤਾਂ ਤੁਹਾਨੂੰ ਕਿੰਨੀ ਫੀਸ ਲੱਗੇਗੀ। ਇਸ ਦੇ ਵਿੱਚ ਤੁਹਾਨੂੰ 10% ਡਿਸਕਾਊਂਟ ਮਿਲੇਗਾ ਜੋ ਕਿ ਤੁਸੀਂ ਮੇਰੇ ਰੈਫਰ ਕੋਡ ਦੇ ਨਾਲ ਲੈ ਸਕਦੇ ਹੋ। 6 ਮੰਥ ਦਾ 12 ਜਾਂ 24 ਮੰਥ ਦੀ ਫੀਸ ਵੀ ਮਿਲਦੀ ਹੈ। ਇਸ ਤੋਂ ਇਲਾਵਾ ਫ੍ਰੀ ਕੋਰਸਿਸ ਵੀ ਮੈਂ ਤੁਹਾਨੂੰ ਪੜ੍ਹਾਉਂਦੀ ਹਾਂ। ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਸਿਰਫ ਇਹੋ ਕੋਰਸਿਸ ਮਿਲਣਗੇ, ਫ੍ਰੀ ਦੇ ਵਿੱਚ ਵੀ ਤੁਹਾਨੂੰ ਜਿੰਨੇ ਟੌਪਿਕ ਹੋਣਗੇ ਉਹ ਨਾਲ ਦੇ ਨਾਲ ਉੱਥੇ ਮਿਲਦੇ ਰਹਿਣਗੇ। ਡਾਊਨਲੋਡ ਤੁਸੀਂ ਕਰ ਸਕਦੇ ਹੋ। MCQ ਸਪੈਸ਼ਲ ਕਲਾਸਿਸ ਜਿਹੜੀਆਂ ਹੁੰਦੀਆਂ ਨੇ ਮੇਰੀ ਜ਼ਿਆਦਾਤਰ MCQs ਦੇ ਉੱਤੇ ਹੀ ਹੁੰਦੀਆਂ ਨੇ ਤੇ ਫ੍ਰੀ ਹੁੰਦੀਆਂ ਨੇ। ਬਟ ਹੁਣ ਇਹ ਵੀ ਹੈ ਕਿ ਅਗਰ ਤੁਸੀਂ ਉਸ ਦੇ ਵਿੱਚ ਐਂਟਰੀ ਲੈਣੀ ਹੈ ਤਾਂ ਤੁਹਾਨੂੰ ਤਾਂ ਵੀ ਮੇਰਾ ਰੈਫਰ ਕੋਡ ਹੀ ਯੂਜ਼ ਕਰਨਾ ਪਏਗਾ। ਫ੍ਰੀ ਹੈਗੇ ਨੇ ਬਟ ਇਸ ਦੇ ਵਿੱਚ ਤੁਹਾਨੂੰ ਰੈਫਰ ਕੋਡ ਯੂਜ਼ ਕਰਨਾ ਹੋਏਗਾ। ਇਸ ਤੋਂ ਇਲਾਵਾ ਅੱਜ ਦਾ ਟੌਪਿਕ ਸ਼ੁਰੂ ਕਰਦੇ ਹਾਂ ਅਸੀਂ ਲੋਕਧਾਰਾ ਦੇ ਮੁੱਖ ਖੇਤਰ ਜਿਹੜੇ ਅਸੀਂ ਪੜ੍ਹਦੇ ਪਏ ਸੀ। ਹੁਣ ਇਸ ਦੇ ਵਿੱਚ ਅਸੀਂ ਲੋਕਧਾਰਾ ਦੇ ਪ੍ਰਮੁੱਖ ਖੇਤਰਾਂ ਦੇ ਬਾਰੇ ਪੜ੍ਹਾਂਗੇ। ਕਹਿੰਦੇ ਕਿ ਲੋਕਧਾਰਾ ਦਾ ਖੇਤਰ ਬਹੁਤ ਵਿਸ਼ਾਲ ਹੈ ਤੇ ਇਸ ਦੀ ਸਮੱਗਰੀ ਵੀ ਕਿਸੇ ਵੀ ਰੂਪ ਦੇ ਵਿੱਚ ਪ੍ਰਾਪਤ ਜਿਹੜੀ ਸਾਨੂੰ ਹੋ ਸਕਦੀ ਹੈ। ਬਾਣੀ ਵਿਲਾਸ ਦੇ ਰੂਪ ਵਿੱਚ, ਕਲਾ ਦੇ ਰੂਪ ਦੇ ਵਿੱਚ, ਠੋਸ ਵਸਤਾਂ ਦੇ ਰੂਪ ਦੇ ਵਿੱਚ, ਜੰਮਣ ਤੋਂ ਲੈ ਕੇ ਕਹਿੰਦੇ ਪੈਰ ਤੇ ਕਿਸੇ ਵਿਸ਼ਵਾਸ ਅਧੀਨ ਮਨਾਏ ਗਏ ਰੀਤੀ ਰਿਵਾਜ ਦੇ ਰੂਪ ਦੇ ਵਿੱਚ। ਇਸ ਤੋਂ ਇਲਾਵਾ ਲੋਕ ਵਿਦਿਆ, ਲੋਕ ਧਰਮ, ਜੰਤਰ ਮੰਤਰ, ਜਾਦੂ ਟੂਣੇ, ਹਰ ਇੱਕ ਚੀਜ਼ ਦੇ ਵਿੱਚ ਸਾਨੂੰ ਲੋਕਧਾਰਾ ਦੀ ਸਮੱਗਰੀ ਜ਼ਰੂਰ ਮਿਲਦੀ ਹੈ। ਸਾਰੇ ਇੱਕ ਲੋਕਧਾਰਾ ਦੀ ਸਮੱਗਰੀ ਦਾ ਪਾਠ ਹੁੰਦਾ ਹੈ। ਸਪਸ਼ਟ ਹੈ ਕਿ ਲੋਕਧਾਰਾ ਨਿਰੋਲ ਮੌਖਿਕ ਅਭਿਵਿਅਕਤੀ ਨਹੀਂ ਹੈਗੀ। ਇਸ ਦਾ ਸੰਚਾਰ ਲਿਖਿਤ ਰੂਪ ਸਰੀਰਕ ਕਿਰਿਆਵਾਂ ਦੁਆਰਾ ਤੇ ਚਿੰਨ੍ਹਾਂ ਰਾਹੀਂ ਵੀ ਹੁੰਦਾ ਹੈ। ਮੰਨ ਲਓ ਅਗਰ ਤੁਸੀਂ ਦੇਖੋ ਤੁਹਾਨੂੰ ਪਤਾ ਹੀ ਹੈ ਕਿ ਲੋਕਧਾਰਾ ਦੇ ਵਿੱਚ ਅਸੀਂ ਲੋਕ ਨਾਚ ਵੀ ਸਾਡੇ ਕੋਲ ਹੁੰਦੇ ਨੇ। ਇਸ ਤੋਂ ਇਲਾਵਾ ਇਹਨਾਂ ਦੇ ਵਿੱਚ ਸਰੀਰਕ ਕਿਰਿਆਵਾਂ ਹੁੰਦੀਆਂ ਨੇ, ਲਿਖਤ ਰੂਪ ਦੇ ਵਿੱਚ ਵੀ ਸਾਡੇ ਕੋਲ ਹੁੰਦੀਆਂ ਨੇ ਕਈ ਚੀਜ਼ਾਂ। ਅੱਜ ਕੱਲ੍ਹ ਕਈ ਲੋਕੀ ਜਿਹੜੇ ਹੈਗੇ ਨੇ ਜਾਂ ਲੇਖਕ ਹੈ ਉਹਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਕੱਢੀਆਂ ਨੇ ਜੋ ਕਿ ਇਹਨਾਂ ਸਾਰੀਆਂ ਸਮੱਗਰੀ ਨੂੰ ਕਲੈਕਟ ਕਰਕੇ ਉਹਨਾਂ ਨੇ ਸਾਡੇ ਸਾਹਮਣੇ ਲੈ ਕੇ ਆਏ ਨੇ। ਸੋ ਇਹਨਾਂ ਨੂੰ ਅਸੀਂ ਪੜ੍ਹਦੇ ਪਏ ਨੇ, ਸਾਨੂੰ ਸਮਝ ਲੱਗਦੀ ਪਈ ਹੈ ਕੀ ਚੀਜ਼ਾਂ ਹੈਗੀਆਂ ਨੇ।
ਇਸ ਦਾ ਵਰਤਾਰਾ ਸੱਭਿਅਤਾ ਤੋਂ ਦੁਰੇਡੇ ਟੱਪਰੀਵਾਸ ਜੰਗਲਾਂ ਵਿੱਚ ਵਿਚਰ ਰਹੇ ਵਾਸੀਆਂ, ਅਲਪ ਸੰਖਿਅਕ ਪੇਂਡੂ ਲੋਕ ਤੇ ਸੱਭਿਅਤਾ ਦੀ ਸਿਖਰ ਤੇ ਪੁੱਜੇ ਸ਼ਹਿਰਾਂ ਤੇ ਵਸਨੀਕਾਂ ਦੇ ਵਿੱਚ ਵੀ ਹੈ। ਜ਼ਰੂਰੀ ਨਹੀਂ ਹੈਗਾ ਕਿ ਇਹ ਜਿਹੜਾ ਵਰਤਾਰਾ ਸੱਭਿਅਤਾ ਤੋਂ ਜਿਹੜੇ ਦੂਰ ਵਸੇ ਟੱਪਰੀਵਾਸ ਜੰਗਲਾਂ ਵਿੱਚ ਰਹਿ ਰਹੇ ਵਾਸੀਆਂ, ਪੇਂਡੂ, ਇਹਨਾਂ ਸਾਰਿਆਂ ਤੇ ਇਸ ਤੋਂ ਇਲਾਵਾ ਜਿਹੜੇ ਸ਼ਹਿਰਾਂ ਤੱਕ ਵੀ ਇਹ ਚੀਜ਼ਾਂ ਪਹੁੰਚੀਆਂ ਹੋਈਆਂ ਨੇ। ਹੁਣ ਕਹਿੰਦੇ ਨੇ ਲੋਕਧਾਰਾ ਦੇ ਵਿਸ਼ਾਲ ਖੇਤਰ ਸੰਬੰਧੀ ਵੇਰਵੇ ਜਿਹੜੇ ਹੇਠਾਂ ਦਰਜ ਹੈਗੇ ਨੇ। ਸਭ ਤੋਂ ਪਹਿਲਾਂ ਸਾਡੇ ਕੋਲ ਆਉਂਦਾ ਹੈ ਲੋਕ ਸਾਹਿਤ। ਲੋਕ ਸਾਹਿਤ ਦੇ ਵਿੱਚ ਸਾਡੇ ਕੋਲ ਫੋਕ ਲਿਟਰੇਚਰ, ਜਿਸ ਦੇ ਵਿੱਚ ਸਾਡੇ ਕੋਲ ਲੋਕ ਗੀਤ ਤੇ ਲੋਕ ਕਹਾਣੀਆਂ ਆਉਂਦੀਆਂ ਨੇ। ਲੋਕ ਗੀਤ ਦੇ ਵਿੱਚ ਸਾਡੇ ਕੋਲ ਸੰਸਕਾਰ, ਰੁੱਤਾਂ, ਪੂਜਾ ਵਿਧੀਆਂ, ਦੇਵੀ ਦੇਵਤਿਆਂ, ਵਰਨਾ, ਮੇਲੇ, ਤਿਉਹਾਰ ਆਦਿ ਸੰਬੰਧੀ ਅਨੁਸ਼ਠਾਨੀ ਗੀਤ, ਕਾਰਜ ਗੀਤ, ਪਿਆਰ ਦੇ, ਸੁਰਮਗਤੀ ਦੇ, ਪੇਸ਼ਾਵਰ ਜਾਤੀਆਂ ਦੇ ਗੀਤ ਇਹਨਾਂ ਦੇ ਵਿੱਚ ਆਉਂਦੇ ਨੇ। ਕਹਾਣੀਆਂ ਦੇ ਵਿੱਚ ਸਾਡੇ ਕੋਲ ਪੁਰਾਣ ਕਥਾ, ਅਵਦਾਨ, ਨੀਤੀ ਕਥਾ, ਪਸ਼ੂ ਕਹਾਣੀਆਂ, ਭੂਤ ਪ੍ਰੇਤਾਂ ਦੀਆਂ ਕਹਾਣੀਆਂ, ਇਹ ਸਾਰੀਆਂ ਸਾਨੂੰ ਇਸ ਦੇ ਵਿੱਚ ਮਿਲਦੀਆਂ ਨੇ। ਇਸ ਤੋਂ ਇਲਾਵਾ ਇਹਦਾ ਸਾਡੇ ਕੋਲ ਲੋਕ ਕਲਾ। ਲੋਕ ਕਲਾ ਦੇ ਵਿੱਚ ਲੋਕ ਗੀਤ, ਪਰੰਪਰਾਗਤ ਰਾਗ, ਲੋਕ ਗੀਤਾਂ ਦੀਆਂ ਧੁਨੀਆਂ, ਤਰਜ਼, ਉਹਨਾਂ ਦੇ ਸਾਜ਼, ਜਿਸ ਦੀ ਸਹਾਇਤਾ ਨਾਲ ਗਾਏ ਜਾਂਦੇ ਨੇ, ਤੇ ਸੰਗੀਤਕ ਵਿਧੀਆਂ ਸਾਨੂੰ ਇਸ ਦੇ ਵਿੱਚ ਮਿਲਦੀਆਂ ਨੇ। ਇਸ ਤੋਂ ਇਲਾਵਾ ਲੋਕ ਨਾਟ ਸਾਨੂੰ ਮਿਲਦਾ ਹੈਗਾ, ਜਿਸ ਦੇ ਵਿੱਚ ਰਾਮਲੀਲਾ ਤੇ ਰਾਗ, ਸਵਾਂਗ, ਪੁਤਲੀਆਂ ਦੇ ਤਮਾਸ਼ੇ, ਨਕਲਾਂ, ਲੋਕ ਨ੍ਰਿਤ, ਇਸ ਤੋਂ ਇਲਾਵਾ ਭੰਗੜਾ, ਗਿੱਧਾ, ਸੰਮੀ, ਕਿਕਲੀ ਤੇ ਠੁਮਰੀ ਆਦਿ। ਮੂਰਤੀ ਕਲਾ, ਜਿਸ ਦੇ ਵਿੱਚ ਮਿੱਟੀ ਦੇ ਭਾਵੇ, ਖਿਡੌਣੇ, ਕ੍ਰਿਸ਼ਨ, ਰਾਧਾ, ਰਾਮ ਦੀਆਂ ਮੂਰਤੀਆਂ, ਇਹ ਸਾਰਾ ਕੁਝ ਆਉਂਦੇ। ਇਸ ਤੋਂ ਇਲਾਵਾ ਵੀ ਹੋਰ ਮੂਰਤੀਆਂ ਹੋਣਗੀਆਂ। ਇਸ ਤੋਂ ਇਲਾਵਾ ਲੋਕ ਕਲਾ ਦੇ ਵਿਵਿਧ ਰੂਪ ਆਉਂਦੇ, ਜਿਸ ਦੇ ਵਿੱਚ ਚਿੱਤਰਕਾਰੀ, ਇਮਾਰਤ ਸਾਜ਼ੀ ਤੇ ਬੁੱਤਕਾਰੀ ਵੀ ਸਾਨੂੰ ਮਿਲਦੀ ਹੈ। ਅਨੁਸ਼ਠਾਨ, ਜਿਸ ਦੇ ਵਿੱਚ ਸਾਡੇ ਕੋਲ ਰਿਚੁਅਲ ਆਉਂਦੇ ਹੈਗੇ ਨੇ। ਸਾਡੇ ਲੋਕ ਗੀਤ ਰਿਵਾਜ਼ ਜੰਮਣ ਤੋਂ ਲੈ ਕੇ ਮਰਨ ਤੱਕ ਅਨੇਕ ਤਰ੍ਹਾਂ ਦੇ ਸਾਡੇ ਇਸ ਦੇ ਵਿੱਚ ਸੰਸਕਾਰ, ਜਿਵੇਂ 13ਵਾਂ ਮੁੰਡਨ, ਨਾਮਕਰਨ, ਸ਼ਗਨ, ਵਿਆਹ, ਘੋੜੀ, ਮੁਕਲਾਵਾ, ਚੌਥਾ ਕਿਰਿਆ ਤੇ 17ਵੀਂ ਆਦਿ। ਮੇਲੇ ਤੇ ਤਿਉਹਾਰ, ਜਿਹਦੇ ਵਿੱਚ ਸਾਡੇ ਕੋਲ ਪਰੰਪਰਾਗਤ ਮੇਲੇ, ਵਿਸਾਖੀ, ਦੁਸਹਿਰਾ, ਦੀਵਾਲੀ, ਲੋਹੜੀ, ਮਾਘੀ, ਹੋਲੀ, ਬਸੰਤ ਪੰਚਮੀ, ਨਿਰਜਲਾ ਇਕਾਦਸ਼ੀ, ਰੱਖੜੀ ਪੁੰਨਿਆ ਤੇ ਸ਼ਰਾਧ, ਕਰਵਾ ਚੌਥ, ਗੁਰਪੁਰਬ, ਧਾਰਮਿਕ ਮਹਾਂਪੁਰਖਾਂ ਦੀਆਂ ਜਯੰਤੀਆਂ ਵੀ ਸ਼ਾਮਿਲ ਹੁੰਦੀਆਂ ਨੇ। ਵਰਤ ਤੇ ਪੂਜਾ ਵਿਧੀਆਂ ਵੀ ਸਾਡੇ ਕੋਲ ਇਸ ਦੇ ਵਿੱਚ ਆਉਂਦੀ, ਜਿਸ ਦੇ ਵਿੱਚ ਅਨੇਕ ਪ੍ਰਕਾਰ ਦੇ ਵਰਤ ਆਉਂਦੇ ਨੇ। ਪੂਜਾ ਦੇ ਕਈ ਢੰਗ, ਸ਼ਗਨ, ਅਪਸ਼ਗਨ, ਪੀਰ ਫਕੀਰ ਦੀਆਂ ਸੁਖਨਾ, ਮਨੌਤਾਂ, ਵਿਸ਼ਵਾਸ ਅਧੀਨ ਕੀਤੇ ਜਾਣ ਵਾਲੇ ਕੰਮ, ਦੀਵਾਲੀ ਸਮੇਂ ਮੂਰਤੀਆਂ ਜਾਂ ਚਿੱਤਰ ਬਣਾਉਣੇ, ਲక్ష్ਮੀ ਪੂਜਾ, ਜੂਆ ਖੇਡਣਾ, ਖੇਤੀ ਕਰਨ ਤੋਂ ਲੈ ਕੇ ਪਹਿਲਾਂ ਹਲ, ਬਲਦ ਤੇ ਭੂਮੀ ਦੀ ਪੂਜਾ ਆਦਿ ਕੀਤੀ ਜਾਂਦੀ ਹੈ। ਸੋ ਇਹ ਸਾਡੇ ਇਸ ਦੇ ਵਿੱਚ ਸ਼ਾਮਿਲ ਹੁੰਦੇ ਨੇ। ਲੋਕ ਧਰਮ ਸਾਡੇ ਕੋਲ ਇਸ ਦੇ ਵਿੱਚ ਆਉਂਦੇ ਵਾ। ਕਹਿੰਦੇ ਕਹਿਣ ਦੀ ਲੋੜ ਪ੍ਰਤੀਤ ਨਹੀਂ ਹੁੰਦੀ ਕਿ ਲੌਕਿਕ ਰੀਤੀ ਰਿਵਾਜ, ਪਰੰਪਰਾਗਤ ਮੇਲੇ, ਤਿਉਹਾਰ, ਪੂਜਾ ਵਿਧੀਆਂ, ਵਰਤ, ਅਨੁਸ਼ਠਾਨ, ਸਾਰੀ ਜਿਹੜੀ ਸਮੱਗਰੀ ਹੈ ਇਸ ਦਾ ਇੱਕ ਖੇਤਰ ਹੁੰਦੀ ਹੈ। ਲੋਕ ਵਿਸ਼ਵਾਸ ਕੀ ਹੁੰਦੇ ਨੇ ਸਾਡੇ ਕੋਲ, ਜਿਵੇਂ ਜਾਦੂ ਟੂਣੇ, ਟੋਟਕੇ, ਜੰਤਰ ਮੰਤਰ, ਤਵੀਜ਼, ਸ਼ਗਨ, ਅਪਸ਼ਗਨ, ਇਹ ਸਾਰੇ ਵਿਸ਼ਵਾਸ ਨੇ ਜਿਨ੍ਹਾਂ ਨੂੰ ਲੋਕ ਵਿਦਿਆ ਵੀ ਕਿਹਾ ਜਾਂਦਾ ਹੈ। ਦੇਵੀ ਦੇਵਤੇ ਤੇ ਭੂਤ ਚੜੇਲਾ ਸੰਬੰਧੀ ਵਿਸ਼ਵਾਸ, ਭਵਿੱਖਬਾਣੀ ਅਥਵਾ ਆਕਾਸ਼ਬਾਣੀ ਨਾਲ ਸੰਬੰਧਿਤ ਵਿਸ਼ਵਾਸ, ਪ੍ਰਿਥਵੀ ਤੇ ਆਕਾਸ਼ ਨਾਲ ਜੁੜੇ ਵਿਸ਼ਵਾਸ, ਜਨਮ ਸਥਾਨ, ਮੌਤ ਦੇ ਬਾਰੇ ਅਨੇਕਾਂ ਵਿਸ਼ਵਾਸ, ਹਰ ਉਸ ਵਸਤੂ ਬਾਰੇ ਵਿਸ਼ਵਾਸ ਜਿਸ ਦੀ ਵਰਤੋਂ ਮਨੁੱਖ ਕਰਦਾ ਹੈ ਤੇ ਜਿਸ ਨਾਲ ਉਸਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਵਾਹ ਪੈਂਦਾ, ਸਾਰੇ ਸਾਡੇ ਕੋਲ ਲੋਕ ਵਿਸ਼ਵਾਸ ਦੇ ਵਿੱਚ ਆ ਜਾਂਦੇ ਹਨ। ਲੋਕ ਸ਼ਬਦ ਨਿਰਮਾਣ ਤੇ ਲੋਕ ਬੋਲੀ ਦੇ ਬਾਰੇ ਆਇੰਦਾ ਗਵਾ ਕਿ ਲੋਕ ਕਥਨ ਦੀ ਬੋਲੀ, ਕਿੱਤੇ ਦੀ ਬੋਲੀ, ਬਾਜ਼ਾਰੀ ਬੋਲੀ, ਲੋਕ ਰੂਪ, ਉਪਮਾਵਾਂ, ਕਿਸੇ ਖਾਸ ਸ਼੍ਰੇਣੀ ਜਾਂ ਸਮੂਹ ਦੇ ਵਿਸ਼ੇਸ਼ ਬੋਲ, ਕਥਨ ਜਾਂ ਸ਼ਬਦ, ਜਿਵੇਂ ਨਿਹੰਗਾਂ ਦੇ ਬੋਲ, ਵਿਸ਼ੇਸ਼ ਹੁੱਕਾਂ ਤੇ ਚੀਕਾਂ, ਪਸ਼ੂ ਪੰਛੀਆਂ ਦੇ ਬੁਲਾਉਣ ਤੇ ਸਿਖਾਉਣ ਦੇ ਵਿਸ਼ੇਸ਼ ਢੰਗ, ਵਿਅਕਤੀਆਂ ਤੇ ਥਾਵਾਂ ਦੇ ਖਾਸ ਅਲਖ, ਛੇੜ, ਮਖੌਲੀ ਆਦਿ ਸਾਰੇ ਕੀ ਕਹਿੰਦੇ ਸਾਡੇ ਕੋਲ ਸ਼ਬਦ ਨਿਰਮਾਣ ਤੇ ਲੋਕਾਂ ਦੀ ਬੋਲੀ, ਜੋ ਲੋਕ ਬੋਲੀ ਹੁੰਦੀ ਹੈ ਉਹ ਇਸ ਦੇ ਵਿੱਚ ਆਉਂਦੀ ਹੈ। ਲੋਕ ਧੰਦੇ ਤੇ ਕਿੱਤੇ ਜਿਹੜੇ ਆਉਂਦੇ, ਜਿਵੇਂ ਹੁਣ ਸਿਲਾਈ, ਕਢਾਈ, ਕਸੀਦਾਕਾਰੀ, ਕੱਪੜਾ ਬੁਣਨਾ, ਇਸ ਤੋਂ ਇਲਾਵਾ ਆਮ, ਚੂੜੀਗਰ, ਸੁਨਿਆਰ, ਰੰਗਸਾਬ, ਬਾਜੀਗਰ, ਸਾਰੇ ਸਿਕਲੀਗਰ, ਟੱਪਰੀਵਾਸ, ਇਹਨਾਂ ਸਾਰਿਆਂ ਨਾਲ ਸੰਬੰਧਿਤ ਕਿੱਤੇ ਤੇ ਇਹਨਾਂ ਦੀ ਸਮੱਗਰੀ ਜੇ ਪਦਾਰਥਕ ਵਸਤਾਂ ਦੇ ਰੂਪ ਵਿੱਚ ਸਾਨੂੰ ਪ੍ਰਾਪਤ ਹੁੰਦੀ ਹੈ, ਜਿਵੇਂ ਸੰਦ, ਅਸਤਰ ਸ਼ਸਤਰ, ਗਹਿਣੇ, ਕੱਪੜੇ, ਭਾਂਡੇ, ਸਾਰੇ ਇਸ ਦੇ ਵਿੱਚ ਆਉਂਦੇ ਨੇ। ਫੁਟਕਲ ਵੀ ਹੈਗਾ ਸਾਡੇ ਕੋਲ, ਜਿਸ ਦੇ ਵਿੱਚ ਲੋਕ ਮਨੋਰੰਜਨ ਅਥਵਾ ਖੇਡਾਂ ਸਾਰੀਆਂ ਆਉਂਦੀਆਂ ਹੈਗੀਆਂ ਨੇ। ਕਿਹੜੀਆਂ ਤਰ੍ਹਾਂ ਦੀਆਂ ਖੇਡਾਂ ਸਾਡੇ ਕੋਲ ਆਉਂਦੀਆਂ ਹੈਗੀਆਂ ਨੇ ਉਹਨਾਂ ਦੇ ਬਾਰੇ ਦੱਸਿਆ ਜਾਂਦਾ ਹੈ। ਇਸ ਤੋਂ ਇਲਾਵਾ ਲੋਕ ਸਾਜ਼ ਆਉਂਦੇ ਹੈਗੇ ਨੇ, ਵਾਦਨ, ਤੂੰਬਾ, ਸਾਰੰਗੀ, ਤੁੰਬੀ, ਢੋਲਕੀ, ਅਲਗੋਜ਼ੇ, ਵੰਜਲੀ, ਪੰਜੀਰੇ, ਰੋੜਾ, ਚਿਮਟਾ, ਕਿੰਗ, ਛੈਣੇ, ਡਮਰੂ, ਇਕਤਾਰਾ, ਢੱਡ, ਘੰਟੀ ਤੇ ਟੱਲੀ, ਚਿੰਨ, ਗਣੇਸ਼ ਜਾਂ ਕ੍ਰੋਸ ਦਾ ਚਿੰਨ,
ਇਸ਼ਾਰੇ, ਸੈਨਤਾ, ਹਾਪਾ ਦਰਸਾਉਣ ਲਈ ਸਰੀਰਕ ਅੰਗਾਂ ਦਾ ਪ੍ਰਯੋਗ ਵੀ ਸਾਡੇ ਕੋਲ ਫੁਟਕਲ ਦੇ ਵਿੱਚ ਆਉਂਦੇ ਨੇ। ਲੋਕਧਾਰਾ ਦਾ ਵਰਗੀਕਰਨ ਕਹਿੰਦੇ ਇਸ ਗੱਲ ਦਾ ਸੂਚਕ ਹੈ ਕਿ ਇਹ ਖੇਤਰ ਵਿਸਤ੍ਰਿਤ ਹੈ ਤੇ ਇਸ ਦੇ ਵਿੱਚ ਬਹੁਤ ਸਾਰੀ ਕੀ ਆਉਂਦੀ ਸਾਡੇ ਕੋਲ ਵੰਨ ਸਵੰਨਤਾ, ਕਿਉਂਕਿ ਅਸੀਂ ਦੇਖਿਆ ਕੀ ਚੀਜ਼ਾਂ ਸਾਨੂੰ ਇਸ ਦੇ ਵਿੱਚ ਮਿਲਦੀਆਂ ਨੇ। ਸੋ ਇਹ ਵੰਨ ਸਵੰਨਤਾ ਦੇ ਰੂਪ ਵਿੱਚ ਆਉਂਦੇ ਹੈਗੇ ਨੇ। ਇਸ ਦੇ ਹਰ ਖੇਤਰ ਦੇ ਵੱਖਰੇ ਵੱਖਰੇ ਅੰਗ ਸੁਤੰਤਰ ਤੌਰ ਤੇ ਅਧਿਐਨ ਦਾ ਵਿਸ਼ਾ ਬਣਨ ਦੀ ਜਿਹੜੀ ਹੈਗੀ ਹੈ ਇੱਕ ਸਮਰੱਥਾ ਰੱਖਦੇ ਹਨ। ਨੈਕਸਟ ਆਇੰਦਾ ਸਾਡੇ ਕੋਲ ਲੋਕ ਸਾਹਿਤ। ਹੁਣ ਕੀ ਆਇੰਦਾ ਹੈਗਾ, ਕਹਿੰਦੇ ਲੋਕਧਾਰਾ ਦਾ ਬਾਣੀ ਵਿਲਾਸ ਖੇਤਰ ਹੈ। ਲੋਕ ਸੰਸਕ੍ਰਿਤੀ ਦੇ ਅੰਸ਼ਾਂ ਨਾਲ ਭਰੀ ਹੋਈ ਲੋਕ ਮਾਨਸ ਦੀ ਸਹਿਜ ਸੁਭਾਵ ਅਭਿਵਿਅਕਤੀ ਕੀ ਆਉਂਦੀ ਹੈ ਸਾਡੇ ਕੋਲ ਲੋਕ ਸੰਚਾਰ ਸਾਹਿਤ ਆਉਂਦੀ ਹੈ ਤੇ ਜਿਸ ਦਾ ਸੰਚਾਰ ਲੋਕ ਬੋਲੀ ਦੁਆਰਾ ਮੌਖਿਕ ਰੂਪ ਵਿੱਚ ਹੀ ਹੁੰਦਾ ਹੈ। ਮਤਲਬ ਸਾਹਿਤ ਜਿਹੜਾ ਸਾਡੇ ਕੋਲ ਅਸੀਂ ਪੜ੍ਹਦੇ ਪਏ ਹੈਗੇ ਆ ਹੁਣ, ਜੋ ਕਿ ਕਿਤਾਬਾਂ ਦੇ ਥਰੂ ਆ ਗਿਆ ਹੈ, ਪਰ ਪਹਿਲਾਂ ਇਹ ਚੀਜ਼ ਨਹੀਂ ਸੀ। ਪਹਿਲਾਂ ਕੀ ਸੀ, ਉਹ ਚੀਜ਼ਾਂ ਸੀ ਆਮ ਨੋਰਮਲ ਤੌਰ ਤੇ ਮੂੰਹੋਂ ਮੂੰਹ ਹੀ ਕੀ ਗਏ ਸੀ, ਲਏ ਸੀ, ਜੋ ਕਿ ਸਾਡੇ ਲੋਕ ਸਾਹਿਤ ਦਾ ਪਾਠ ਹੈਗਾ ਸੀ। ਬੋਲੀ ਦੇ ਥਰੂ ਅਸੀਂ ਇਸ ਨੂੰ ਅੱਗੇ ਪਹੁੰਚਾ ਰਹੇ ਸੀ, ਉਹੀ ਸਾਡਾ ਸਾਹਿਤ ਆਇੰਦਾ ਸੀ। ਇਸ ਰਚਨਾ ਨਾਲ ਕਿਸੇ ਵੀ ਲੇਖਕ ਦਾ ਨਾਂ ਜੁੜਿਆ ਨਹੀਂ ਹੋਏਗਾ ਤੇ ਲੋਕ ਸਮੂਹ ਦੀ ਪ੍ਰਵਾਨਗੀ ਲੈ ਕੇ ਕੀ ਗਏ ਅੱਗੇ ਤੋਂ ਅੱਗੇ ਵਧਦਾ ਹੈ। ਲੋਕ ਸਾਹਿਤ ਇਹ ਅਜਿਹੀ ਸੰਪਤੀ ਹੈ ਜਿਸ ਉੱਪਰ ਹਰ ਕੌਮ ਕੀ ਗਿਆ ਮਾਣ ਕਰਦੀ ਹੈ ਤੇ ਲੋਕ ਸਾਹਿਤ ਰਾਹੀਂ ਕਿਸੇ ਸਮਾਜ ਦੀ ਨੁਹਾਰ ਪੂਰੀ ਤਰ੍ਹਾਂ ਕੀ ਹੈ ਦੇਖੀ ਜਾ ਸਕਦੀ ਹੈ ਕਿ ਉਹ ਸਮਾਜ ਕਿਸ ਤਰ੍ਹਾਂ ਦਾ ਸਾਡੇ ਕੋਲ ਮਿਲਦਾ ਹੈ। ਲੋਕ ਕਲਾ, ਹੁਣ ਦੇਖੋ ਇਹਦੇ ਵਿੱਚ ਵੀ ਕਹਿੰਦੇ ਕਲਾ ਦਾ ਖੇਤਰ ਬਹੁਤ ਵਿਸ਼ਾਲ ਹੈਗਾ ਵਾ। ਸਾਰੇ ਜਿਵੇਂ ਰੂਪ, ਨ੍ਰਿਤ, ਸੰਗੀਤ, ਅਭਿਨੈ, ਚਿੱਤਰਕਾਰੀ, ਮੂਰਤੀਕਾਰੀ ਇਸ ਦੇ ਵਿੱਚ ਸ਼ਾਮਲ ਹੁੰਦੇ ਨੇ ਤੇ ਇਸ ਨੂੰ ਆਮ ਕਰਕੇ ਅਸੀਂ ਪ੍ਰਾਰੰਭਿਕ ਜਾਂ ਪ੍ਰਾਚੀਨ ਕਲਾ ਕਿਹਾ ਜਾਂਦਾ ਸੀ, ਕਿਉਂਕਿ ਇਹ ਪਹਿਲੋਂ ਤੋਂ ਚੱਲੀ ਆ ਰਹੀ ਹੈ। ਜਿਵੇਂ ਮੂਰਤੀਆਂ ਬਣਾਉਣਾ ਸਾਨੂੰ ਹੜੱਪਾ, ਮੋਹਨਜੋਦੜੋ ਦੀ ਖੁਦਾਈ ਦੇ ਵਿੱਚ ਮਿਲੀਆਂ ਨੇ, ਚਿੱਤਰਕਾਰੀ ਕੀਤੀ ਗਈ ਹੈ ਤੇ ਇਹ ਸਾਰਾ ਕੁਝ ਸਾਨੂੰ ਪੁਰਾਣਾ ਹੈ ਮਿਲਿਆ ਆ ਵਾ। ਲੋਕ ਕਲਾ ਦੇ ਜਿਹੜੇ ਰੂਪ ਕਹਿੰਦੇ ਉਪਲਬਧ ਨੇ, ਪ੍ਰਾਰੰਭਿਕ ਰੂਪ ਕੀ ਸੀ ਉਹਨਾਂ ਦੇ, ਕਹਿੰਦੇ ਇਸ ਬਾਰੇ ਨਿਰਣਾ ਕਰਨਾ ਬਹੁਤ ਕਠਿਨ ਹੈ। ਨਵੇਂ ਯੁੱਗ ਦੀਆਂ ਨਵੀਨ ਲੋੜਾਂ ਨੂੰ ਕਲਾ ਜਨਮ ਦਿੰਦੀ ਗਈ ਹੈ, ਕਲਾ ਨੂੰ ਜਨਮ ਦਿੰਦੀ ਹੈ ਕਿ ਲੋਕ ਕਲਾ ਦੇ ਹਰ ਰੂਪ ਦੇ ਆਪਣੇ ਵਰਗ ਦੀ ਸ਼ਾਸਤਰੀ ਕਲਾ ਦੇ ਨਿਰਮਾਣ ਵਿੱਚ ਬਹੁਤ ਹਿੱਸਾ ਪਾਇਆ ਹੈ। ਕਿ ਉਸ ਸਮੇਂ ਜਿਹੜੀ ਕਲਾ ਸਾਡੇ ਕੋਲ ਉਭਰੀ ਸੀ, ਕੀ ਮਾਇਨੇ ਸੀ, ਕਿਉਂ ਉਭਰੀ ਸੀ, ਕਿਉਂ ਉਹਨਾਂ ਨੂੰ ਲੋੜ ਪਈ ਸੀ। ਤੇ ਇਹੋ ਚੀਜ਼ ਜਿਹੜੀ ਕਿ ਅੱਜ ਵੀ ਸਾਨੂੰ ਇਹ ਸੋਚਣ ਵਾਸਤੇ ਮਜਬੂਰ ਕਰਦੀ ਹੈਗੀ ਹੈ ਤੇ ਹੁਣ ਅੱਜ ਅਸੀਂ ਜੋ ਰੂਪ ਉਸਦਾ ਵੇਖਦੇ ਪਏ ਆ ਉਹ ਕਿਉਂ ਹੈ। ਉਸ ਤੋਂ ਇਲਾਵਾ ਲੋਕ ਨਾਚ ਆਉਂਦੇ ਜਦੋਂ ਇਨਸਾਨ ਜਿਵੇਂ ਖੁਸ਼ ਹੁੰਦਾ ਹੈ, ਸਰੀਰਕ ਹਰਕਤਾਂ ਤੇ ਸਹਿਜ ਸੁਭਾਅ ਆਪ ਮੁਹਾਰਾ ਉਸ ਦਾ ਪ੍ਰਗਟਾ ਕਰਦਾ ਹੈ। ਕਹਿੰਦੇ ਹੁਣ ਜਿਵੇਂ ਆਦਿ ਮਨੁੱਖ ਸੀ, ਉਹਨੇ ਕੀ ਕੀਤਾ ਸੀ, ਕੁਦਰਤੀ ਸ਼ਕਤੀਆਂ ਦੀ ਜਿਹੜੀ ਨਕਲ ਕਰਨਾ, ਦੇਵੀ ਦੇਵਤਿਆਂ ਨੂੰ ਰਿਝਾਉਣਾ ਤੇ ਇਸ ਤਰ੍ਹਾਂ ਦੇ ਅਨੇਕ ਅਵਸਰ ਜਿਹੜੇ ਉਹਨਾਂ ਦੇ ਜੀਵਨ ਦੇ ਵਿੱਚ ਆਉਂਦੇ ਸੀ, ਉਹਨਾਂ ਦੇ ਲਈ ਨਾਚ ਦਾ ਪ੍ਰਯੋਗ ਕੀਤਾ ਜਾਂਦਾ ਸੀ ਤੇ ਜਿਸ ਕਾਰਨ ਸੁਭਾਵਿਕ ਹੀ ਲੋਕ ਨਾਚਾਂ ਦੀ ਪ੍ਰਕਿਰਤੀ ਤੇ ਲੋਕ ਜੀਵਨ ਦੇ ਨਾਲ ਕੀ ਗਾ ਸੀ ਇੱਕ ਡੂੰਘਾ ਸੰਬੰਧ ਬਣ ਗਿਆ। ਉਸ ਤੋਂ ਇਲਾਵਾ ਇਹਦੇ ਸਾਡੇ ਕੋਲ ਲੋਕ ਨਾਟਕ, ਇਹ ਵੀ ਲੋਕਧਾਰਾ ਦਾ ਅਜਿਹਾ ਭਾਗ ਹੁੰਦਾ ਹੈ ਜਿਸ ਦਾ ਸੰਬੰਧ ਲੋਕ ਸਾਹਿਤ ਲੋਕ ਕਲਾ ਦੋਹਾਂ ਦੇ ਨਾਲ ਹੁੰਦਾ ਹੈ। ਇੱਕ ਸਾਡੇ ਇੱਕ ਕਲਾ ਦਾ ਪਾਰਟ ਵੀ ਹੋ ਜਾਂਦਾ ਵਾ, ਸਾਹਿਤ ਦੇ ਵਿੱਚ ਵੀ ਇਹ ਸਾਡੇ ਕੋਲ ਆਉਂਦੇ ਗਏ ਨੇ। ਲੋਕ ਨਾਟਕ ਕੁਦਰਤ ਦੇ ਖੁੱਲੇ ਵਾਯੂ ਮੰਡਲ ਵਿੱਚ ਖੇਡੇ ਜਾਣ ਵਾਲਾ ਪਰੰਪਰਾ ਦੇ ਅੰਸ਼ਾਂ ਨਾਲ ਭਰਪੂਰ ਅਜਿਹਾ ਨਾਟਕ ਹੈ ਜੋ ਕਿ ਜਿਸ ਦੇ ਵਿੱਚ ਲੋਕਪ੍ਰਿਯ ਕਥਾਨਕ, ਵੰਨ-ਸੁਵੰਨੇ ਪਾਤਰ, ਇਸ ਤੋਂ ਇਲਾਵਾ ਲੋਕ ਗੀਤ ਤੇ ਲੋਕ ਨਾਚਾਂ ਦੀ ਸਹਾਇਤਾ ਨਾਲ ਪੇਸ਼ ਕੀਤਾ ਗਿਆ ਹੋਵੇ। ਮਤਲਬ ਇਸ ਦੇ ਵਿੱਚ ਇੱਕ ਕਥਾਨਕ ਹੁੰਦਾ, ਸਟੋਰੀ ਹੁੰਦੀ ਆ, ਪਾਤਰ ਉਸ ਨੂੰ ਪੇਸ਼ ਕਰਨ ਵਾਲੇ ਹੁੰਦੇ ਨੇ, ਨਾਲ ਦੇ ਨਾਲ ਲੋਕ ਗੀਤ ਹੁੰਦੇ ਨੇ, ਕੋਰਸ ਜਿਵੇਂ ਸਮੂਹ ਗਾਨ ਆਇੰਦਾ ਹੈਗਾ ਸੀ ਤੇ ਲੋਕ ਨਾਚ ਵੀ ਇਸ ਦੇ ਵਿੱਚ ਪ੍ਰਸਤੁਤ ਕੀਤੇ ਜਾਂਦੇ ਸੀ। ਸੋ ਇੱਕ ਤਰ੍ਹਾਂ ਨਾਲ ਇਹ ਸਾਡਾ ਕੋ ਸਾਹਿਤ ਵੀ ਹੋ ਗਿਆ ਤੇ ਇੱਕ ਕਲਾ ਦਾ ਖੇਤਰ ਵੀ ਹੋ ਗਿਆ। ਚਿੱਤਰਕਾਰੀ ਸਾਡੇ ਕੋਲ ਇੱਕ ਆਇੰਦੀ ਹੈਗੀ ਹੈ ਜਿਸ ਦੇ ਵਿੱਚ ਲੋਕ ਜੀਵਨ ਨੂੰ ਪ੍ਰਗਟਾਉਣ, ਲੋਕ ਸੰਸਕ੍ਰਿਤੀ ਨੂੰ ਸੁਰੱਖਿਅਤ ਰੱਖਣ ਦੇ ਵਿਸ਼ੇਸ਼ ਸਾਧਨ ਲੋਕ ਚਿੱਤਰ ਤੇ ਪਰੰਪਰਾਗਤ ਮੂਰਤੀਆਂ ਨਹੀਂ ਹੈਗੀਆਂ। ਹੁਣ ਦੇਖੋ ਜਿਵੇਂ ਕਲਪ, ਬ੍ਰਿਸ਼, ਕਵਲ, ਫੁੱਲ, ਕਾਮ ਧੇਨੂ, ਹਿਰਨ, ਸ਼ੇਰ ਆਦਿ ਦੇ ਸਾਨੂੰ ਚਿੱਤਰ ਮਿਲਦੇ ਨੇ। ਜਿਵੇਂ ਪੁਰਾਣੀਆਂ ਵੀ ਚੀਜ਼ਾਂ ਅਸੀਂ ਦੇਖੀਏ ਉੱਥੇ ਕਿੰਨੇ ਤਰੀਕੇ ਦੇ ਨਾਲ ਸਾਨੂੰ ਚਿੱਤਰ ਜਿਹੜੇ ਮਿਲਦੇ ਨੇ ਤੇ ਇੱਕ ਇਹਨਾਂ ਦੀ ਲੰਮੀ ਪਰੰਪਰਾ ਦੀ ਹੀ ਇੱਕ ਸਾਨੂੰ ਦੇਣ ਹੁੰਦੀ ਹੈ, ਕਿਉਂਕਿ ਪਹਿਲਾਂ ਤੋਂ ਵੀ ਇਹ ਚੱਲੀਆਂ ਆ ਰਹੀਆਂ ਤੇ ਅਸੀਂ ਵੀ ਇਸਨੂੰ ਉਸੇ ਤਰੀਕੇ ਦੇ ਨਾਲ ਯੂਜ਼ ਕਰਦੇ ਹਾਂ। ਅਨੇਕ ਮੂਰਤੀਆਂ ਤੇ ਚਿੱਤਰਾਂ ਵਿੱਚ ਰਮਾਇਣ ਤੇ ਮਹਾਭਾਰਤ ਨਾਲ ਸੰਬੰਧਿਤ ਲੋਕ ਕਹਾਣੀਆਂ ਦਾ ਰੂਪਮਾਨ ਹੁੰਦਾ ਹੈ। ਕਈ ਚਿੱਤਰਾਂ ਵਿੱਚ ਦੈਂਤਾਂ ਵਰਗੇ ਮੂੰਹ, ਲਮਕੀ ਹੋਈ ਜ਼ੁਬਾਨ, ਵਹਿਸ਼ੀ ਖੂੰਖਾਰ ਭਿਆਨਕ ਦੰਦ, ਫੈਲੀਆਂ ਅੱਖਾਂ, ਅੱਗੇ ਵਧੀਆਂ ਇੰਦਰੀਆਂ ਦਿਸ ਆਉਂਦੀਆਂ ਨੇ। ਇਹ ਚਿੱਤਰ ਕਿਸੇ ਸਰਵ ਵਿਆਪਕ ਮੁਬਾਲਗਾ ਭਰੀ ਸ਼ੈਲੀ ਦੇ ਜਿਹੜੇ ਸੂਚਕ ਹਨ। ਹੁਣ ਸਾਨੂੰ ਨਹੀਂ ਪਤਾ ਕਿ ਕਿਉਂ ਚੀਜ਼ਾਂ ਉਸ ਸਮੇਂ ਚੱਲੀਆਂ ਸੀ, ਕਿਉਂ ਬਣਾਈਆਂ ਗਈਆਂ ਸੀ, ਪਰ ਕੀ ਕਵਾ ਸਾਡੇ ਚਿੱਤਰਕਾਰੀ ਦਾ ਪਾਰਟ ਸੀ। ਅਨੁਸ਼ਠਾਨ ਜਿਵੇਂ ਆਇੰਦੇ ਸਾਡੇ ਕੋ ਕਹਿੰਦੇ ਅਨੁਸ਼ਠਾਨ ਦਾ ਕੋਸ਼ਗਤ ਅਰਥ ਕੀ ਗਵਾ ਉਪਕਰਮ ਜਾਂ ਕਿਸੇ ਕਾਰਜ ਦਾ ਆਰੰਭਣਾ ਹੁੰਦਾ ਹੈ। ਨਿਯਮ ਅਨੁਕੂਲ ਕਿਸੇ ਕਾਰਜ ਦੇ ਕਰਨ ਜਾਂ ਕਿਸੇ ਉੱਤਮ ਫਲ ਦੀ ਪ੍ਰਾਪਤੀ ਲਈ ਕਿਸੇ ਦੇਵਤੇ ਦੀ ਆਰਾਧਨਾ ਨੂੰ ਅਨੁਸ਼ਠਾਨ ਕਿਹਾ ਜਾਂਦਾ ਸੀ।
ਅਨੁਸ਼ਠਾਨਾਂ ਲਈ ਕਈ ਪ੍ਰਕਾਰ ਦੇ ਸਾਡੇ ਕੋਲ ਧਾਰਮਿਕ ਵਿਸ਼ਵਾਸ ਜੁੜੇ ਹੁੰਦੇ ਨੇ। ਇਸ ਦ੍ਰਿਸ਼ਟੀ ਤੋਂ ਅਨੁਸ਼ਠਾਨ ਨੂੰ ਵਿਸ਼ਵਾਸ ਦੇ ਖੇਤਰ ਦਾ ਇੱਕ ਵਿਸਤ੍ਰਿਤ ਰੂਪ ਵੀ ਮੰਨਿਆ ਜਾਂਦਾ ਹੈ। ਰੋਹ ਰੀਤਾਂ, ਤਿਉਹਾਰ, ਪੂਜਾ ਦੀਆਂ ਵਿਧੀਆਂ ਤੇ ਵਰਤ, ਇਹ ਸਾਰੇ ਕੀ ਕਹਿੰਦੇ, ਜਿਹੜਾ ਇਨਸਾਨ ਸੀ ਉਸਦੀ ਧਾਰਮਿਕ ਭਾਵਨਾ ਦਾ ਹੀ ਪ੍ਰਤੀਫਲ ਹੈ। ਦੇਵੀ ਦੇਵਤਿਆਂ ਦੀ ਆਰਾਧਨਾ, ਉਹਨਾਂ ਦੀ ਕਰੋਪੀ ਦੁਆਰਾ ਡਰ, ਮਿਹਰ ਅਤੇ ਚੰਗੇ ਫਲ ਦੀ ਪ੍ਰਾਪਤੀ ਦੀ ਅਭਿਲਾਸ਼ਾ ਕਰਨੀ, ਉਹਨਾਂ ਨੂੰ ਰਿਝਾਉਣ ਲਈ ਭਿੰਨ-ਭਿੰਨ ਵਿਧੀਆਂ ਕਰਨੀਆਂ ਤੇ ਪਹੁੰਚੇ ਹੋਏ ਮਹਾਂਪੁਰਸ਼ ਤੇ ਅਵਤਾਰਾਂ ਪ੍ਰਤੀ ਸਾਡੀ ਸ਼ਰਧਾ, ਉਹਨਾਂ ਦੇ ਉਤਸਵ, ਮੇਲੇ, ਤਿਉਹਾਰ ਨੂੰ ਜਨਮ ਦਿੱਤਾ ਹੈ। ਮੱਸਿਆ ਪੁੰਨਿਆ ਸੰਗਰਾਂਦ, ਨਿਰਜਲਾ ਏਕਾਦਸ਼ੀ, ਦੁਸਹਿਰਾ, ਨਰਾਤੇ, ਸ਼ਰਾਧ, ਲੋਹੜੀ, ਮਾਘੀ, ਇਹ ਵੀ ਜਿਹੜੇ ਸਾਡੀ ਧਾਰਮਿਕ ਭਾਵਨਾ ਦੇ ਨਾਲ ਹੀ ਜੁੜੇ ਹੋਏ ਨੇ। ਸੋ ਅਨੁਸ਼ਠਾਨ ਕੀ ਹੋ ਜਾਂਦਾ ਹੈ, ਕਿਸੇ ਉੱਤਮ ਫਲ ਦੀ ਪ੍ਰਾਪਤੀ ਲਈ ਕਿ ਕਿਸੇ ਦੇਵਤੇ ਨੂੰ ਆਰਾਧਨਾ, ਉਸਨੂੰ ਧਿਆਉਣਾ, ਤੇ ਤਾਂ ਹੀ ਸਾਨੂੰ ਇੱਕ ਚੰਗੇ ਫਲ ਦੀ ਉਮੀਦ ਹੁੰਦੀ ਸੀ। ਉਹਨਾਂ ਨਾਲ ਜੁੜੇ, ਚਾਹੇ ਅਸੀਂ ਉਹਨੂੰ ਇੱਕ ਖੁਸ਼ੀ ਦੇ ਰੂਪ ਦੇ ਵਿੱਚ, ਚਾਹੇ ਡਰ ਦੇ ਰੂਪ ਦੇ ਵਿੱਚ, ਅਸੀਂ ਕੁਛ ਨਾ ਕੁਛ ਉਹਨਾਂ ਦੇ ਬਾਰੇ ਜ਼ਰੂਰ ਕਰਦੇ ਸੀ, ਤੇ ਜਿਸ ਦੇ ਨਾਲ ਕੀ ਹੈਗਾ ਸੀ, ਅਨੁਸ਼ਠਾਨਾਂ ਨੂੰ ਜਨਮ ਦਿੱਤਾ ਹੈ। ਲੋਕ ਵਿਸ਼ਵਾਸ ਆਉਂਦੇ ਗਏ ਨੇ, ਇਹ ਵੀ ਲੋਕ ਮਾਨਸ ਦੀ ਅਭਿਵਿਅਕਤੀ ਨਾਲ ਲੋਕ ਵਿਸ਼ਵਾਸ ਦਾ ਸਿੱਧਾ ਤੇ ਗਹਿਰਾ ਸੰਬੰਧ ਹੈ। ਵਿਸ਼ਵਾਸ ਪਰੰਪਰਾਗਤ ਤੌਰ ਤੇ ਪ੍ਰਵਾਨ ਕਰਨ ਦੀ ਇੱਕ ਧਾਰਨਾ ਹੈ। ਇਸ ਵਿੱਚ ਅਜਿਹੇ ਅਦਭੁਤ ਵਿਸ਼ਵਾਸ ਜਿਹੜੇ ਗਏ ਨੇ ਉਹ ਆ ਜਾਂਦੇ ਹਨ ਜਿਨ੍ਹਾਂ ਨੂੰ ਲੋਕਾਂ ਨਾਲ ਸੰਬੰਧਿਤ ਕਰਨ ਤੇ ਭਾਵਨਾ ਦੀ ਭਾਵਨਾਤਮਕ ਸਾਂਝ ਦੇ ਨਤੀਜੇ ਵਜੋਂ ਉਸਾਰਨ ਵਿੱਚ ਅਣਗਿਣਤ ਜਿਹੜੀਆਂ ਪੀੜ੍ਹੀਆਂ ਉਹ ਬੀਤ ਚੁੱਕੀਆਂ ਨੇ। ਵਿਸ਼ਵਾਸ ਤਾਂ ਸਾਡੇ ਜੀਵਨ ਤਜਰਬਿਆਂ ਵਿੱਚ ਬਹੁਤ ਵੱਡਾ ਹੱਥ ਤੇ ਇਹਨਾਂ ਵਿਸ਼ਵਾਸ ਸਾਡੇ ਤਜਰਬਿਆਂ ਦੀ ਪ੍ਰਕਿਰਤੀ ਬਾਰੇ ਵੀ ਨਿਰਣਾ ਕਰਦੇ। ਹੁਣ ਦੇਖੋ, ਲੋਕ ਮਾਨਸ ਕੀ ਆਂਦਾ, ਇੱਕ ਆਮ ਅਸੀਂ ਨਾਰਮਲ ਇਨਸਾਨ, ਅਸੀਂ ਕੀ ਕੀਤਾ ਸੀ ਕਿ ਲੋਕ ਵਿਸ਼ਵਾਸਾਂ ਦਾ ਸਾਡੇ ਨਾਲ ਸਿੱਧਾ ਇੱਕ ਗਹਿਰਾ ਸੰਬੰਧ ਸੀ। ਇਹ ਪਰੰਪਰਾਗਤ ਤੌਰ ਤੇ ਹੀ ਸਾਨੂੰ ਮਿਲੇ ਨੇ ਤੇ ਕਈ ਪੀੜ੍ਹੀਆਂ ਬੀਤ ਚੁੱਕੀਆਂ ਨੇ, ਉਹਨਾਂ ਨੇ ਇਹਨਾਂ ਨੂੰ ਮੰਨਿਆ, ਅਸੀਂ ਵੀ ਉਸੇ ਤਰੀਕੇ ਦੇ ਨਾਲ ਇਹਨਾਂ ਨੂੰ ਮੰਨਦੇ ਆ ਰਹੇ। ਤੇ ਸਾਡਾ ਇਹ ਵਿਸ਼ਵਾਸ ਹੈ ਕਿ ਅਗਰ ਅਸੀਂ ਇਹ ਚੀਜ਼ਾਂ ਨਹੀਂ ਕਰਾਂਗੇ ਜਾਂ ਨਹੀਂ ਮੰਨਾਂਗੇ ਤਾਂ ਕੀ ਗਵਾ ਸਾਨੂੰ ਕਿਸੇ ਡਰ ਦਾ, ਕਿਸੇ ਕਰੋਪੀ ਦਾ ਸਾਹਮਣਾ ਕਰਨਾ ਪੈ ਜਾਏਗਾ। ਸੋ ਇਹ ਚੀਜ਼ਾਂ ਸਾਡੇ ਇੱਕ ਵਿਸ਼ਵਾਸ ਹੈਗੇ ਨੇ, ਸਾਡੇ ਮਨ ਦੇ ਵਿੱਚ ਇੱਕ ਠਹਿਰ ਚੁੱਕੇ ਨੇ। ਲੋਕ ਧੰਦੇ ਆਏ ਨੇ, ਕਾਰੀਗਰਾਂ ਦੀ ਇੱਕ ਉਦਯੋਗਿਕ ਹੁਨਰਾਂ ਵਾਲੀ ਸ਼੍ਰੇਣੀ ਹੈ। ਜਿਵੇਂ ਹੁਣ ਦੇਖੋ, ਲੱਕੜੀ, ਲੋਹਾ, ਪੱਥਰ, ਮਿੱਟੀ, ਕਾਂਸੀ, ਪਿੱਤਲ, ਤਾਂਬਾ, ਸੋਨਾ, ਸ਼ੋਰਾ, ਨਿੱਕਲ, ਚਮੜੇ, ਸੋ ਹਰ ਇੱਕ ਚੀਜ਼ਾਂ ਦੇ ਨਾਲ ਸੰਬੰਧਿਤ ਇੱਕ ਜਾਤੀਆਂ ਇਹ ਸਾਰੀਆਂ ਆਉਂਦੀਆਂ ਹੈਗੀਆਂ ਨੇ। ਇਹ ਕੀ ਕਰਦੀਆਂ ਨੇ, ਇਹਨਾਂ ਦਾ ਮੁੱਖ ਕੰਮ ਕੀ ਹੈਗਾ ਨੇ, ਅਲੱਗ-ਅਲੱਗ ਨੇ। ਇਹ ਪੇਸ਼ਾਵਰ ਜਾਤੀਆਂ ਕਿੱਤੇ ਜਿਹੜੇ ਹੈਗੇ ਨੇ, ਇਹ ਵੀ ਸਮੱਗਰੀ ਦੇ ਵਰਗੀਕਰਨ ਵਿੱਚ ਇਹਨਾਂ ਲਈ ਲੋਕ ਧੰਦੇ ਦਾ ਇੱਕ ਖੇਤਰ ਨਿਸ਼ਚਿਤ ਕੀਤਾ ਗਿਆ ਹੈ, ਜਿਸ ਦੇ ਵਿੱਚ ਇਹਨਾਂ ਦੇ ਜੋ ਵੀ ਧੰਦੇ ਹੁੰਦੇ ਨੇ ਪੀੜ੍ਹੀ ਦਰ ਪੀੜ੍ਹੀ ਅੱਗੇ ਚੱਲਦੇ ਰਹਿੰਦੇ ਨੇ। ਲੋਕ ਬੋਲੀ ਤੇ ਲੋਕ ਸ਼ਬਦ ਨਿਰਮਾਣ ਵੀ ਆ ਜਾਂਦੇ ਨੇ। ਇਹ ਵੀ ਜਿਹੜੀ ਸਮੱਗਰੀ ਹੁੰਦੀ ਹੈ, ਲੋਕ ਬੋਲੀ ਤੇ ਲੋਕ ਸ਼ਬਦ ਨਿਰਮਾਣ ਤਥਾ ਲੋਕ ਨਿਰੁਕਤੀ ਦਾ ਖੇਤਰ ਵੀ ਵਰਣਨਯੋਗ ਹੈ। ਭਾਵੇਂ ਇਹ ਵੀ ਬਾਣੀ ਵਿਲਾਸ ਦਾ ਇੱਕ ਭਾਗ ਹੋ ਸਕਦਾ ਹੈ, ਫਿਰ ਵੀ ਲੋਕ ਸਾਹਿਤ ਤੋਂ ਇਹ ਬਿਲਕੁਲ ਭਿੰਨ ਹੈ। ਲੋਕ ਨਿਰੁਕਤੀ ਜਾਂ ਲੋਕਪ੍ਰਿय ਸ਼ਬਦ ਘਾਤਕ ਅਜਿਹੀ ਪ੍ਰਕਿਰਿਆ ਹੈ ਜਿਸ ਵਿੱਚ ਲੋਕ ਸਮੂਹ ਕਿਸੇ ਅਣਜਾਣੇ ਸ਼ਬਦ ਦਾ ਕਿਸੇ ਅਜਿਹੇ ਸੰਬੰਧ ਦੇ ਆਧਾਰ ਤੇ ਵਿਸ਼ਲੇਸ਼ਣ ਕਰਦਾ ਹੈ ਕਿ ਲੋਕ ਸਮੂਹ ਆਪ ਅਣਜਾਣ ਹੁੰਦਾ ਹੈ। ਹੁਣ ਦੇਖੋ, ਜਿਵੇਂ ਚਾਕੂ ਦੀ ਥਾਂ ਕਾਚੂ ਸ਼ਬਦ ਦਾ ਪ੍ਰਯੋਗ ਇਸੇ ਰੁਚੀ ਦਾ ਹੀ ਪ੍ਰਤੀਫਲ ਹੈ। ਲੋਕ ਬੋਲੀ ਦੇ ਵਿੱਚ ਸਾਡੇ ਕੋਲ ਅਜਿਹੇ ਸ਼ਬਦ ਆਉਂਦੇ ਨੇ ਜਿਨ੍ਹਾਂ ਦਾ ਸਾਨੂੰ ਨਹੀਂ ਪਤਾ ਹੈਗਾ, ਪਰ ਅਸੀਂ ਉਸ ਦੀ ਵਰਤੋਂ ਕਰਦੇ ਹੀ ਕਰਦੇ ਹਾਂ। ਸ਼ਬਦਾਂ ਦੀ ਵਰਤੋਂ ਨਾ ਹੋਣ ਕਾਰਨ ਸ਼ਬਦਾਂ ਅਰਥਾਂ ਵਿੱਚ ਪਰਿਵਰਤਨ, ਸ਼ਬਦਾਂ ਦਾ ਕਾਇਆ ਕਲਪ, ਵਿਦੇਸ਼ੀ ਭਾਸ਼ਾ ਦੇ ਸ਼ਬਦਾਂ ਦਾ ਅਸ਼ੁੱਧ ਉਚਾਰਨ ਕਰਕੇ ਬਦਲ ਲੈਣਾ, ਵਿਦਵਾਨਾਂ ਵੱਲੋਂ ਸ਼ਬਦਾਂ ਦੀ ਨਵੀਂ ਵਿਆਖਿਆ ਤੇ ਲੋਕ ਵਰਤੋਂਕਾਰ ਸ਼ਬਦਾਂ ਦੇ ਰੂਪ ਤੇ ਭਾਵਾਂ ਵਿੱਚ ਤਬਦੀਲੀ ਨੌਕਰੀ ਤੇ ਹੀ ਇੱਕ ਕਰਤੱਵ ਦੇ ਰੂਪ ਵਿੱਚ ਆਉਂਦੇ ਨੇ। ਮਤਲਬ ਉਹ ਸ਼ਬਦ ਜਿਹੜੇ ਕਿ ਸਾਨੂੰ ਨਹੀਂ ਪਤਾ ਹੁੰਦੇ ਕਿ ਇਹ ਹੈ ਜਾਂ ਨਹੀਂ, ਕਿਸ ਤਰ੍ਹਾਂ ਦੇ ਨੇ, ਬਟ ਅਸੀਂ ਉਸਦਾ ਕੀ ਹੈ ਇੱਕ ਤਰੀਕੇ ਦੇ ਨਾਲ ਵਰਤੋਂ ਕਰਦੇ ਆ ਰਹੇ ਹਾਂ ਸ਼ੁਰੂ ਤੋਂ। ਤਾਂ ਅੱਗੇ ਵੀ ਅਸੀਂ ਇਸ ਤਰ੍ਹਾਂ ਹੀ ਕਰਦੇ ਹਾਂ। ਜਿਵੇਂ ਚਾਕੂ ਦੀ ਥਾਂ ਕਾਚੂ ਸ਼ਬਦ ਪ੍ਰਯੋਗ ਕਰ ਲਿਆ। ਇਹ ਸਾਰੇ ਕੀ ਆ ਗਏ, ਜਿਵੇਂ ਵਿਦੇਸ਼ੀ ਭਾਸ਼ਾ ਦੇ ਕਈ ਸ਼ਬਦ ਦਾ ਸ਼ੁੱਧ ਰੂਪ ਦੇ ਵਿੱਚ ਹੀ ਅਸੀਂ ਉਚਾਰਨ ਕਰ ਲੈਣਾ ਜਾਂ ਉਹਨਾਂ ਨੂੰ ਬਦਲ ਲੈਣਾ, ਜਾਂ ਫਿਰ ਕੀ ਗਾ ਸ਼ਬਦਾਂ ਦੀ ਕਾਇਆ ਕਲਪ ਕਰ ਲੈਣਾ। ਇਹ ਸਾਰੇ ਸਾਡੇ ਲੋਕ ਨਿਰੁਕਤੀ ਦੇ ਹੀ ਇੱਕ ਸ਼ਾਮਲ ਹੁੰਦੇ ਨੇ। ਇਸ ਤੋਂ ਇਲਾਵਾ ਲੋਕਧਾਰਾ ਤੇ ਸਾਹਿਤ ਦੇ ਬਾਰੇ ਹੁਣ ਦੇਖੋ ਗੱਲ ਕਰਦੇ ਹਾਂ। ਸਤਿੰਦਰ ਨੇ ਆਪਣੀ ਪੁਸਤਕ ਲੋਕਤਾਂਤਰਿਕ ਅਧਿਐਨ ਵਿੱਚ ਲੋਕਧਾਰਾ ਤੇ ਸਾਹਿਤ ਦੇ ਸੰਬੰਧਾਂ ਬਾਰੇ ਲਿਖਿਆ ਹੈ ਕਿ ਕੋਈ ਵੀ ਸਾਹਿਤ ਲੋਕਧਾਰਾ ਦੇ ਪ੍ਰਭਾਵ ਤੋਂ ਅਛੂਤ ਨਹੀਂ ਰਹਿ ਸਕਦਾ, ਕਿਉਂਕਿ ਲੋਕਧਾਰਾ ਤੇ ਵਿਸ਼ਿਸ਼ਟ ਸਾਹਿਤ ਦੀਆਂ ਪ੍ਰਵਿਰਤੀਆਂ ਵਿੱਚ ਅਜਿਹਾ ਮੌਲਿਕ ਭੇਦ ਹੈ, ਉਹ ਇਸ ਪ੍ਰਭਾਵ ਨੂੰ ਅਤ ਆਵਸ਼ਕ ਬਣਾ ਦਿੰਦਾ ਹੈ।
ਲੋਕਧਾਰਾਈ ਸਮੱਗਰੀ ਦੇ ਵਰਗੀਕਰਨ ਤੇ ਵਿਭਿੰਨ ਖੇਤਰਾਂ ਸੰਬੰਧੀ ਜਾਣਕਾਰੀ ਤੋਂ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ ਲੋਕਧਾਰਾ ਦਾ ਹਰ ਖੇਤਰ ਵਿਸ਼ਿਸ਼ਟ ਸਾਹਿਤ ਨੂੰ ਪ੍ਰਭਾਵਿਤ ਕਰਨ ਦੀ ਅਨੇਕ ਸੰਭਾਵਨਾਵਾਂ ਰੱਖਦਾ ਹੈ। ਹੁਣ ਦੇਖੋ ਸਤਿੰਦਰ ਨੇ ਜਿਹਨੇ ਇੱਕ ਇੱਥੇ ਪੁਆਇੰਟ ਇਹ ਗਾ, ਸਤਿੰਦਰ ਜਿਹੜੇ ਗਏ ਸੀ ਉਹਨਾਂ ਦੀ ਇੱਕ ਪੁਸਤਕ ਸੀ ਜਿਸ ਦਾ ਨਾਮ ਕੀ ਗਾ ਸੀ, ਲੋਕਤਾਂਤਰਿਕ ਅਧਿਐਨ। ਉਸ ਦੇ ਵਿੱਚ ਉਹਨਾਂ ਨੇ ਲੋਕਧਾਰਾ ਤੇ ਸਾਹਿਤ ਦੇ ਸੰਬੰਧ ਜਿਹੜੇ ਹੈਗੇ ਨੇ ਉਹਨਾਂ ਦੇ ਬਾਰੇ ਗੱਲ ਕੀਤੀ ਹੈ ਕਿ ਕੋਈ ਵੀ ਸਾਹਿਤ ਜਿਹੜਾ ਹੁੰਦਾ ਵਾ ਲੋਕਧਾਰਾ ਤੋਂ ਇੱਕ ਅਛੂਤਾ ਨਹੀਂ ਰਹਿ ਸਕਦਾ। ਕਿਸੇ ਨਾ ਕਿਸੇ ਤਰੀਕੇ ਦੇ ਵਿੱਚ ਲੋਕਧਾਰਾ ਉਸਦਾ ਇੱਕ ਪਾਰਟ ਜ਼ਰੂਰ ਹੁੰਦੀ ਹੈ, ਉਸਦੇ ਵਿੱਚ ਇੱਕ ਆਪਣਾ ਇੱਕ ਕਹਿ ਲਓ ਉਸਦਾ ਇੱਕ ਥੋੜਾ ਜਿਹਾ ਅਸਤਿਤਵ ਜ਼ਰੂਰ ਝਲਕਦਾ ਹੈਗਾ। ਤੇ ਲੋਕਧਾਰਾਈ ਸਮੱਗਰੀ ਦੇ ਜਿਹੜਾ ਅਸੀਂ ਵਰਗੀਕਰਨ ਪਿੱਛੇ ਕੀਤਾ ਹੈਗਾ ਵਾ ਤੇ ਇਸ ਚੀਜ਼ ਤੋਂ ਸਪਸ਼ਟ ਹੀ ਹੋ ਜਾਂਦਾ ਹੈ ਕਿ ਹਰ ਇੱਕ ਖੇਤਰ ਨੂੰ ਲੋਕਧਾਰਾ ਪ੍ਰਭਾਵਿਤ ਕਰਦੀ ਹੈ। ਲੋਕਧਾਰਾ ਤੇ ਸਾਹਿਤ ਦੀ ਇਸ ਪਰਸਪਰ ਸਾਰ ਨੂੰ ਮੁੱਖ ਰੱਖ ਕੇ ਕਈ ਵਿਦਵਾਨ ਲੋਕਧਾਰਾ ਦੀ ਬਹੁਤ ਸਾਰੀ ਸਮੱਗਰੀ ਨੂੰ ਵਿਸ਼ਿਸ਼ਟ ਸਾਹਿਤ ਵਿੱਚ ਤੇ ਵਿਸ਼ਿਸ਼ਟ ਸਾਹਿਤ ਦੀਆਂ ਅਨੇਕ ਰਚਨਾਵਾਂ ਨੂੰ ਲੋਕਧਾਰਾ ਦੇ ਵਰਗ ਵਿੱਚ ਸ਼ਾਮਿਲ ਕਰ ਲੈਂਦੇ। ਤੇ ਲੋਕਧਾਰਾ ਤੇ ਸਾਹਿਤ ਦੇ ਤੁਲਨਾਤਮਕ ਅਧਿਐਨ ਤੋਂ ਪਹਿਲਾਂ ਸਾਹਿਤ ਦੀ ਪ੍ਰਮਾਣਿਕ ਪਰਿਭਾਸ਼ਾ ਇਸ ਦੇ ਰੂਪਾਂ ਬਾਰੇ ਜਾਣਕਾਰੀ ਜ਼ਰੂਰ ਸਾਨੂੰ ਲੈ ਲੈਣੀ ਚਾਹੀਦੀ ਹੈ ਕਿ ਲੋਕਧਾਰਾ ਤੇ ਸਾਹਿਤ ਕੀ ਹੈ ਤੇ ਇਸ ਨੂੰ ਕਿਉਂ ਕਈ ਮਿਕਸ ਅਪ ਕਰ ਦਿੰਦੇ ਨੇ। ਸਾਹਿਤ ਇੱਕ ਕੋਮਲ ਹੁਨਰ ਹੈਗਾ, ਇਸ ਦੀ ਅਭਿਵਿਅੰਜਨਾ ਸ਼ਬਦਾਂ ਦੁਆਰਾ ਹੁੰਦੀ ਹੈ। ਇਹ ਸ਼ਬਦ ਲੇਖਕ ਦੁਆਰਾ ਪਦ ਜਾਂ ਗਦ ਦਾ ਰੂਪ ਧਾਰ ਕਰਕੇ ਸਹਿਜ ਸਵਾਦ ਦਿੰਦੇ ਹੋਏ ਮਨੁੱਖ ਭਾਵਾਂ ਨੂੰ ਹਲੂਣ ਦੇਣ ਦੀ ਸ਼ਕਤੀ ਰੱਖਦੇ ਹਨ ਤੇ ਪਾਠਕ ਦੇ ਗਿਆਨ ਦੇ ਵਿੱਚ ਵਾਧਾ ਕਰਨ ਦੇ ਨਾਲ ਨਾਲ ਉਸ ਦੇ ਮਨ ਉੱਪਰ ਕੀ ਗਿਆ ਸੁੰਦਰਤਾ ਦਾ ਪ੍ਰਭਾਵ ਵੀ ਪਾਉਂਦੇ। ਲੇਖਕ ਦੀ ਸ਼ਖਸੀਅਤ ਅਜਿਹੀ ਰਚਨਾ ਵਿੱਚੋਂ ਪੂਰੀ ਤਰ੍ਹਾਂ ਪ੍ਰਤੀਬਿੰਬਿਤ ਹੁੰਦੀ ਆ। ਹੁਣ ਦੇਖੋ ਸਾਹਿਤ ਦੇ ਬਾਰੇ ਇੱਥੇ ਗੱਲ ਕੀਤੀ ਗਈ ਹੈਗੀ ਆ, ਜਿਵੇਂ ਵਿਸ਼ਿਸ਼ਟ ਸਾਹਿਤ ਦੇ ਬਾਰੇ ਗੱਲ ਨਹੀਂ ਕੀਤੀ ਜਾਂਦੀ ਕਿ ਇਸ ਦੇ ਵਿੱਚ ਉਹ ਵਾਲਾ ਸਾਡੇ ਕੋਲ ਸਾਹਿਤ ਆਇੰਦਾ ਹੈਗਾ ਵਾ ਜਿਸ ਦੇ ਵਿੱਚ ਕਿਸੇ ਇੱਕ ਪਰਟੀਕੂਲਰ ਪਰਸਨ ਦੀ ਛਾਪ ਹੁੰਦੀ ਹੈ। ਲੋਕਧਾਰਾ ਜਿਹੜੀ ਹੁੰਦੀ ਆ ਉਹ ਉਸਦੇ ਵਿੱਚ ਜੋ ਸਾਨੂੰ ਮਿਲਦਾ ਹੈ ਉਹ ਕਿਸੇ ਲੇਖਕ ਦੇ ਨਾਮ ਨਹੀਂ ਲਿਖਿਆ ਹੁੰਦਾ, ਪਰ ਸਾਹਿਤ ਕਹਿੰਦੇ ਕਿ ਅਜਿਹੀ ਕੋਮਲ ਹੁਨਰ ਹੁੰਦਾ ਹੈ ਤੇ ਜਿਸ ਦੀ ਅਭਿਵਿਅੰਜਨਾ ਸ਼ਬਦਾਂ ਦੁਆਰਾ ਹੀ ਹੁੰਦੀ ਹੈ। ਲੇਖਕ ਦੁਆਰਾ, ਹੁਣ ਲੇਖਕ ਦਾ ਨਾਮ ਆ ਗਿਆ, ਗਦ ਜਾਂ ਪਦ ਦਾ ਰੂਪ ਧਾਰਨ ਕਰਕੇ ਸਹਿਜ ਸਵਾਦ ਦਿੰਦੇ ਨੇ, ਮਨੁੱਖੀ ਭਾਵਾਂ ਨੂੰ ਹਲੂਣ ਦੇਣ ਦੀ ਸ਼ਕਤੀ ਰੱਖਦੇ ਨੇ। ਇਸ ਤੋਂ ਇਲਾਵਾ ਇਸ ਦੇ ਵਿੱਚ ਲੇਖਕ ਦੀ ਸ਼ਖਸੀਅਤ ਅਜਿਹੀ ਰਚਨਾ ਵਿੱਚ ਪੂਰੀ ਤਰੀਕੇ ਦੇ ਨਾਲ ਪ੍ਰਤੀਬਿੰਬਿਤ ਹੁੰਦੀ ਹੈ। ਸੋ ਇਹ ਸਾਨੂੰ ਪਤਾ ਲੱਗ ਗਿਆ ਕਿ ਇਹ ਉਸ ਚੀਜ਼ ਦੀ ਗੱਲ ਕੀਤੀ ਗਈ ਹੈ ਜਿਸ ਦੇ ਵਿੱਚ ਇੱਕ ਪਰਸਨ ਦੀ ਛਾਪ ਦੀ ਗੱਲ ਆਉਂਦੀ ਹੈ। ਪਦ ਵਿੱਚ ਕੀ ਆਉਂਦਾ, ਮਹਾਕਾਵ, ਕਿੱਸਾ ਵਾਰ, ਗੀਤਕਾਰ। ਗਦ ਵਿੱਚ ਨਾਵਲ, ਕਹਾਣੀ, ਨਿਬੰਧ, ਜੀਵਨੀ, ਸਫਰਨਾਮੇ, ਡਾਇਰੀ ਵਿਸ਼ੇਸ਼ ਰੂਪ ਕੀ ਕਹਿੰਦੇ ਸਾਡੇ ਕੋਲ ਵਰਣਨਯੋਗ ਹੈ। ਨਾਟਕ ਗਦ ਵਿੱਚ ਲਿਖੇ ਜਾਂਦੇ ਨੇ ਤੇ ਪਦ ਵਿੱਚ ਵੀ। ਇਹਨਾਂ ਸਾਹਿਤਕ ਰੂਪਾਂ ਦੇ ਨਿਰਮਾਣ ਵਿੱਚ ਲੋਕਧਾਰਾਈ ਸਮੱਗਰੀ ਦਾ ਬਹੁਤ ਵੱਡਾ ਹੱਥ ਹੈ। ਇਸ ਨੂੰ ਨਿਰਧਾਰਿਤ ਕਰਨ ਲਈ ਸਾਹਿਤ ਦਾ ਲੋਕਤਾਂਤਰਿਕ ਅਧਿਐਨ ਜ਼ਰੂਰੀ ਹੈ ਤੇ ਇਸ ਵਿੱਚ ਸਾਹਿਤ ਵਿੱਚ ਲੋਕਧਾਰਾ ਦੇ ਉਹਨਾਂ ਤੱਤਾਂ ਦੀ ਭਾਲ ਕੀਤੀ ਜਾਂਦੀ ਹੈ ਜਿਹੜੇ ਲੇਖਕਾਂ ਦੁਆਰਾ ਉਹਨਾਂ ਦੀਆਂ ਰਚਨਾਵਾਂ ਦੇ ਨਿਰਮਾਣ ਸਮੇਂ ਅਚੇਤ ਰੂਪ ਗ੍ਰਹਿਣ ਕਰ ਰਹੇ ਜਾਂਦੇ ਹਨ। ਹੁਣ ਦੇਖੋ ਅੱਗੇ ਕਹਿੰਦੇ ਨੇ ਕਿ ਲੋਕਧਾਰਾ ਦੀ ਦ੍ਰਿਸ਼ਟੀ ਤੋਂ ਲੋਕ ਮਾਨਸ ਦੀ ਅਭਿਵਿਅਕਤੀ ਦੁਆਰਾ ਜਿਹੜੇ ਤੱਤ ਉਪਲਬਧ ਹੁੰਦੇ ਨੇ ਉਹ ਲੋਕ ਤੱਤ ਨੇ। ਮਤਲਬ ਲੋਕਧਾਰਾ ਸ਼ਾਸਤਰ ਜਿਹੜੇ ਹੁੰਦੇ ਨੇ ਉਸ ਦੀ ਦ੍ਰਿਸ਼ਟੀ ਤੋਂ ਲੋਕ ਮਾਨਸ ਦੀ ਅਭਿਵਿਅਕਤੀ ਦੁਆਰਾ ਜਿਹੜੇ ਤੱਤ ਉਪਲਬਧ ਹੁੰਦੇ ਨੇ ਉਹਨਾਂ ਨੂੰ ਲੋਕ ਤੱਤ ਕਿਹਾ ਜਾਂਦਾ ਹੈ, ਕਿਉਂਕਿ ਲੋਕਾਂ ਦੇ ਹੀ ਜੋ ਅਭਿਵਿਅਕਤੀ ਹੁੰਦੀ ਹੈ, ਜੋ ਸੋਚਦੇ, ਜੋ ਫੀਲ ਕਰਦੇ, ਉਹਨਾਂ ਨੂੰ ਸਾਹਮਣੇ ਰੱਖਿਆ ਜਾਂਦਾ ਹੈ ਤੇ ਜਿਹੜੇ ਤੱਤ ਉਸ ਤੋਂ ਮਿਲਦੇ ਨੇ ਉਹ ਸਾਡੇ ਲੋਕ ਤੱਤ ਹੀ ਹੋਣਗੇ। ਹੁਣ ਦੇਖੋ ਕਿਹੜੇ ਕਿਹੜੇ ਉਹਨਾਂ ਨੇ ਦੱਸਿਆ ਨੇ ਲੋਕ ਸਾਹਿਤ ਦੇ ਤੱਤ ਹਨ, ਲੋਕ ਕਲਾ ਦੇ, ਲੋਕ ਅਨੁਸ਼ਠਾਨਾਂ ਦੇ, ਲੋਕ ਵਿਸ਼ਵਾਸਾਂ ਦੇ, ਮਨੋਰੰਜਨ, ਲੋਕ ਧੰਦੇ ਤੇ ਬੋਲੀਆਂ ਦੇ ਤੱਤ ਇਸ ਦੇ ਵਿੱਚ ਆ ਜਾਂਦੇ ਨੇ। ਲੋਕ ਸਾਹਿਤ ਦੇ ਤੱਤਾਂ ਵਿੱਚ ਕਾਵਿ ਭੇਦ, ਹੁਣ ਲੋਕ ਸਾਹਿਤ ਦੱਸਿਆ ਪਹਿਲਾਂ ਉਸ ਦੇ ਵਿੱਚ ਕਿਹੜੇ ਕਿਹੜੇ ਆਉਂਦੇ ਹੈਗੇ ਨੇ। ਇਸ ਦੇ ਵਿੱਚ ਕਾਵਿ ਭੇਦ, ਲੋਕ ਗੀਤ ਸ਼ੈਲੀਆਂ, ਲੋਕ ਛੰਦ, ਲੋਕ ਪ੍ਰਚਲਿਤ ਕਥਾ ਰੂਪ, ਲੋਕ ਗੀਤ, ਕਥਾਵਾਂ ਦੇ ਅਭਿਪਰਾਏ, ਕਥਾਨਕ ਰੂੜੀਆਂ, ਲਘੂ ਧਾਰਾਵਾਂ, ਅਖਾਣ, ਮੁਹਾਵਰੇ ਆਦਿ ਸਾਰੇ ਇਸ ਦੇ ਵਿੱਚ ਸ਼ਾਮਿਲ ਹੁੰਦੇ ਨੇ। ਸਤਿੰਦਰ ਨੇ ਲੋਕ ਸਾਹਿਤ ਦੇ ਤੱਤਾਂ ਨੂੰ ਭਾਸ਼ਾ, ਛੰਦ, ਪ੍ਰਤਿਪਾਦਕ, ਪ੍ਰਤਿਪਾਦਯ ਚਾਰ ਵਰਗਾਂ ਦੇ ਵਿੱਚ ਵੰਡਿਆ ਹੈ। ਵਿਸ਼ਿਸ਼ਟ ਸਾਹਿਤ ਦੀ ਸਿਰਜਣਾ ਵਿੱਚ ਲੋਕਧਾਰਾ ਦੇ ਸਾਰੇ ਖੇਤਰਾਂ ਵਿੱਚੋਂ ਲੋਕ ਸਾਹਿਤ ਦੇ ਭਿੰਨ-ਭਿੰਨ ਅੰਗਾਂ ਦੇ ਭਾਗ ਸਭ ਤੋਂ ਵਧੇਰੇ ਪ੍ਰਗਟ ਹੁੰਦੇ ਨੇ। ਹੁਣ ਇੱਥੇ ਉਹਨਾਂ ਨੇ ਇੱਕ ਜਿਹੜਾ ਸਾਹਿਤ ਹੁੰਦਾ ਹੈ ਲੋਕ ਸਾਹਿਤ, ਉਸ ਦੇ ਤੱਤ ਦੇ ਵਿੱਚ ਸਾਡੇ ਕੋਲ ਕਾਪੇ ਦਾ ਆਉਂਦੇ ਨੇ, ਸ਼ੈਲੀਆਂ ਜਿਹੜੀਆਂ ਆਉਂਦੀਆਂ ਗੀਤਾਂ ਦੀਆਂ, ਛੰਦ ਜਿਹੜੇ ਵਰਤੇ ਜਾਂਦੇ ਨੇ, ਪ੍ਰਚਲਿਤ ਕਥਾ ਰੂਪ ਕਿਹੜੇ ਆਉਂਦੇ ਨੇ, ਇਹ ਲੋਕ ਦੇ ਬਾਰੇ ਗੱਲ ਕੀਤੀ ਗਈ ਹੈ। ਇਸ ਤੋਂ ਇਲਾਵਾ ਗੀਤ, ਕਥਾਵਾਂ, ਰੂੜੀਆਂ, ਧਾਰਾਵਾਂ ਜਿਵੇਂ ਅਖਾਣ, ਮੁਹਾਵਰੇ, ਇਹ ਸਾਰੇ ਇਸ ਦੇ ਵਿੱਚ ਸ਼ਾਮਲ ਆਉਂਦੇ। ਹੁਣ ਦੇਖੋ ਲੋਕ ਸਾਹਿਤ ਦੇ ਵਿੱਚ ਸਤਿੰਦਰ ਨੇ ਚਾਰ ਭਾਸ਼ਾ, ਛੰਦ, ਪ੍ਰਤਿਪਾਦਕ ਤੇ ਪ੍ਰਤਿਪਾਦਯ ਚਾਰ ਵਰਗਾਂ ਦੇ ਵਿੱਚ ਇਸ ਨੂੰ ਵੰਡਿਆ ਹੈ। ਵਿੱਚ ਕਹਿੰਦੇ ਵਿਸ਼ਿਸ਼ਟ ਸਾਹਿਤ ਦੀ ਜਿਹੜੀ ਸਿਰਜਣਾ ਵਿੱਚ ਲੋਕਧਾਰਾ ਦੇ ਸਾਰੇ ਖੇਤਰਾਂ ਵਿੱਚੋਂ ਲੋਕ ਸਾਹਿਤ ਦੇ ਭਿੰਨ-ਭਿੰਨ ਅੰਗਾਂ ਦੇ ਭਾਗ ਸਭ ਨਾਲੋਂ ਵਧੇਰੇ
ਪ੍ਰਗਟ ਹੁੰਦੇ ਨੇ। ਜਦੋਂ ਅਸੀਂ ਆਮ ਨੋਰਮਲ ਇੱਕ ਸਾਹਿਤ ਲਿਖਦਾ ਹੈ ਕੋਈ, ਅਗਰ ਉਸਨੇ ਲੋਕਧਾਰਾ ਸੱਭਿਆਚਾਰ ਨੂੰ ਵਿੱਚ ਕੁਝ ਪ੍ਰਗਟਾਉਣਾ ਹੁੰਦਾ ਹੈ ਤਾਂ ਉਹ ਕੀ ਕਰਦਾ ਹੈਗਾ ਵਾ, ਲੋਕਧਾਰਾ ਦੇ ਜਿੰਨੇ ਵੀ ਖੇਤਰਾਂ ਦੇ ਵਿੱਚੋਂ ਲੋਕ ਸਾਹਿਤ ਜਿਹੜੇ ਹੁੰਦੇ ਨੇ ਉਹਨਾਂ ਦੇ ਭਿੰਨ ਭਿੰਨ ਅੰਗਾਂ ਦੇ ਭਾਗ ਸਭ ਤੋਂ ਜ਼ਿਆਦਾ ਪ੍ਰਗਟ ਕਰਦੇ। ਮੀਨਸ ਉਹਨਾਂ ਨੇ ਜਿਵੇਂ ਲੋਕ ਗੀਤ ਨੂੰ ਪ੍ਰਗਟ ਕਰ ਲਿਆ, ਲੋਕ ਜਿਵੇਂ ਹੁਣ ਨਾਟਕ ਜਿਹੜੇ ਆਉਂਦੇ, ਨਾਟ ਰੂਪ ਕਿਹੜੇ ਕਿਹੜੇ ਖੇਡੇ ਜਾਂਦੇ ਉਹਨਾਂ ਨੂੰ ਵਿੱਚ ਐਡ ਕਰ ਲੈਂਦੇ ਆ। ਜਿਵੇਂ ਮੈਂ ਕੋਈ ਕਿਤਾਬ ਲਿਖਣੀ ਹੈ, ਮੈਂ ਸੱਭਿਆਚਾਰ ਨੂੰ ਜਾਂ ਲੋਕਧਾਰਾ ਨੂੰ ਉਸ ਦੇ ਵਿੱਚ ਲੈ ਕੇ ਆਉਣਾ ਹੈ ਤਾਂ ਮੈਂ ਲੋਕ ਗੀਤਾਂ ਦੇ ਵਿੱਚੋਂ ਕਿਹੜੇ ਗੀਤ ਚੁਣੇ ਗਏ ਨੇ ਉਹ ਉਸ ਦੇ ਵਿੱਚ ਰੱਖਾਂਗੀ, ਲੋਕ ਨਾਟਕ ਦੇ ਵਿੱਚੋਂ ਕਿਹੜੇ ਨਾਟਕ ਹੈਗੀਆਂ ਨੇ ਉਹਨਾਂ ਨੂੰ ਮੈਂ ਉੱਥੇ ਵਿੱਚ ਰੱਖਾਂਗੀ। ਸੋ ਇਹਨਾਂ ਚੀਜ਼ਾਂ ਦੀ ਮੈਂ ਵਰਤੋਂ ਕਰਾਂਗੀ ਆਪਣੀ ਬੁੱਕ ਦੇ ਵਿੱਚ। ਲੋਕ ਸਾਹਿਤ ਜਿਹੜਾ ਵਿਸ਼ਿਸ਼ਟ ਸਾਹਿਤ ਦੀ ਸਿਰਜਣਾ ਲਈ ਇੱਕ ਆਧਾਰ ਦਾ ਕੰਮ ਕਰਦਾ ਹੈ। ਹੁਣ ਕੋਈ ਵੀ ਲੇਖਕ ਹੈਗਾ ਜਦੋਂ ਉਸਨੇ ਲੋਕਧਾਰਾ ਨੂੰ ਆਪਣੀ ਇੱਕ ਰਚਨਾ, ਚਾਹੇ ਨਾਟਕ, ਨਾਵਲ, ਕਹਾਣੀ ਕੁਝ ਵੀ ਹੋਵੇ, ਅਗਰ ਉਸ ਦੇ ਵਿੱਚ ਉਹਨੇ ਉਸਨੂੰ ਯੂਜ਼ ਕਰਨਾ ਹੈ ਤਾਂ ਉਹ ਲੋਕ ਗੀਤ ਯੂਜ਼ ਕਰ ਸਕਦਾ ਹੈ, ਲੋਕ ਨਾਟਕ, ਵਿਸ਼ਵਾਸ, ਇਹਨਾਂ ਸਾਰੇ ਪਾਰਟਸ ਦੇ ਵਿੱਚ ਕੁਝ ਨਾ ਕੁਝ ਉਹਨਾਂ ਨੂੰ ਯੂਜ਼ ਜ਼ਰੂਰ ਕਰੇਗਾ ਆਪਣੀ ਬੁੱਕ ਵਾਸਤੇ। ਅਤੇ ਸਾਹਿਤਕਾਰ ਇਸ ਦੇ ਵਸਤੂ ਤੋਂ ਪ੍ਰਤੀਕ ਲੈ ਕੇ ਉਸ ਨੂੰ ਸਾਹਿਤ ਰਚਨਾ ਦਾ ਜਿਹੜਾ ਇੱਕ ਆਧਾਰ ਬਣਾਉਂਦੇ ਨੇ। ਕੋਈ ਵੀ ਭਾਸ਼ਾ ਜਿਸ ਪ੍ਰਕਾਰ ਲੋਕ ਬੋਲੀ ਰਾਹੀਂ ਵਿਕਸਿਤ ਹੁੰਦੀ ਹੈ, ਉਸੇ ਤਰ੍ਹਾਂ ਵਿਸ਼ਿਸ਼ਟ ਸਾਹਿਤ ਦਾ ਨਿਰਮਾਣ ਲੋਕ ਸਾਹਿਤ ਦੁਆਰਾ ਹੀ ਹੁੰਦਾ ਹੈ। ਮਤਲਬ ਅਸੀਂ ਆਮ ਨੋਰਮਲ ਜਿਹੜਾ ਸਾਹਿਤ ਇੱਕ ਲੇਖਕ ਜਦੋਂ ਲਿਖਦਾ ਹੈ ਤਾਂ ਉਸ ਦਾ ਬੇਸ ਕਿਹੜਾ ਹੁੰਦਾ ਹੈ, ਸਾਡੇ ਕੋਲ ਲੋਕ ਸਾਹਿਤ ਹੀ ਹੁੰਦਾ ਹੈ। ਹੁਣ ਦੇਖੋ, ਲੋਕ ਕਲਾ ਦੇ ਤੱਤਾਂ ਦਾ ਘੇਰਾ ਵੀ ਬਹੁਤ ਵਿਸਤ੍ਰਿਤ ਹੈਗਾ। ਇਸ ਵਿੱਚ ਚਿੱਤਰਕਾਰੀ, ਨ੍ਰਿਤ, ਮੂਰਤੀਕਾਰੀ, ਸੰਗੀਤ, ਇਹ ਜ਼ਰੂਰ ਦੇਖਣਾ ਜਿਵੇਂ ਹੁਣ ਲੋਕ ਕਲਾ ਦੇ ਵਿੱਚ ਕਿਹੜੇ ਕਿਹੜੇ ਤੱਤ ਹੁੰਦੇ ਨੇ, ਕੀ ਚੀਜ਼ਾਂ ਉਸ ਦੇ ਵਿੱਚ ਆਉਂਦੀਆਂ ਨੇ। ਕਹਿੰਦੇ ਹਰ ਇੱਕ ਕਲਾ ਦੇ ਤੱਤ ਇਹਨਾਂ ਦੇ ਵਿੱਚ ਪਾਏ ਜਾਂਦੇ ਨੇ। ਵਿਸ਼ਿਸ਼ਟ ਸਾਹਿਤ ਨੂੰ ਪ੍ਰਭਾਵਿਤ ਕਰਨ ਵਿੱਚ ਲੋਕ ਸਾਹਿਤ ਦੀਆਂ ਧਾਰਨਾਵਾਂ, ਚਿੱਤਰਾਂ ਦੇ ਪ੍ਰਤੀਕ, ਨਾਚ, ਨਾਟਕਾਂ ਦੀਆਂ ਰੂੜੀਆਂ ਹਿੱਸਾ ਪਾਉਂਦੀਆਂ ਨੇ। ਇੱਥੇ ਵਿਸ਼ਿਸ਼ਟ ਸਾਹਿਤ ਕਿਹਾ ਗਿਆ ਹੈ ਉਸ ਸਾਹਿਤ ਨੂੰ ਜਿਹੜਾ ਕਿ ਅਸੀਂ ਆਮ ਨਾਵਲ, ਨਾਟਕ, ਕਹਾਣੀ ਕੁਝ ਵੀ ਪੜ੍ਹਦੇ ਨੇ, ਇਹ ਉਹ ਵਾਲਾ ਸਾਹਿਤ ਆਉਂਦਾ, ਠੀਕ ਹੈ। ਤੇ ਲੋਕ ਸਾਹਿਤ ਕਹਿੰਦੇ ਉਸ ਨੂੰ ਇੱਕ ਹੈਲਪ ਜ਼ਰੂਰ ਕਰਦਾ ਹੈ। ਹੁਣ ਦੇਖੋ, ਜਦੋਂ ਕਲਾ ਉਸ ਦੇ ਵਿੱਚ ਵਰਤੀ ਜਾਂਦੀ ਹੈ ਵਿਸ਼ਿਸ਼ਟ ਸਾਹਿਤ ਦੇ ਵਿੱਚ, ਚਿੱਤਰਾਂ ਦੇ ਪ੍ਰਤੀਕ, ਨਾਚ, ਨਾਟਕਾਂ ਦੀਆਂ ਰੂੜੀਆਂ, ਇਹ ਸਾਰਾ ਕੁਝ ਉਸ ਦੇ ਵਿੱਚ ਜ਼ਰੂਰ ਵਰਤਿਆ ਜਾਂਦਾ ਹੈ। ਸਾਹਿਤਕਾਰ ਆਪਣੀਆਂ ਰਚਨਾਵਾਂ ਵਿੱਚ ਸਮਾਜਿਕ ਜੀਵਨ ਦੇ ਉਪਲਬਧ ਆਚਾਰ ਵਿਚਾਰ, ਵਿਵਹਾਰ, ਸੰਸਕਾਰ, ਵਰਤ, ਉਤਸਵ, ਰੋਹ ਰੀਤਾਂ, ਪ੍ਰਥਾਵਾਂ, ਸੰਸਥਾਵਾਂ, ਇਹਨਾਂ ਦਾ ਉਲੇਖ ਵੀ ਕਰਦਾ ਹੈ। ਸਾਹਿਤ ਦਾ ਜੀਵਨ ਨਾਲ ਬਹੁਤ ਨੇੜੇ ਦਾ ਸੰਬੰਧ, ਇਸ ਕਰਕੇ ਸਾਹਿਤ ਨੂੰ ਸਮਾਜ ਦਾ ਸ਼ੀਸ਼ਾ ਕਿਹਾ ਜਾਂਦਾ ਹੈ। ਲੋਕਧਾਰਾ ਜੀਵਨ ਦਾ ਪਰਿਰੂਪ ਹੈ। ਲੋਕਧਾਰਾ ਸਾਡੇ ਜੀਵਨ ਦਾ ਇੱਕ ਪਾਰਟ ਹੈਗਾ ਹੈ। ਇਸ ਪ੍ਰਕਾਰ ਕੋਈ ਵੀ ਲੇਖਕ ਲੋਕਧਾਰਾ ਦੇ ਪ੍ਰਭਾਵ ਤੋਂ ਅਭਿੱਜ ਨਹੀਂ ਰਹਿ ਸਕਦਾ। ਸੋ ਇਹ ਸੀ ਅੱਜ ਦਾ ਟੌਪਿਕ। ਬਾਕੀ ਜਿਹੜਾ ਹੈਗਾ ਅਸੀਂ ਨੈਕਸਟ ਦੇ ਵਿੱਚ ਕਰਾਂਗੇ। ਬਾਕੀ ਤੁਹਾਨੂੰ ਮੈਂ ਅਨਅਕੈਡਮੀ ਤੇ ਦੱਸ ਦਿੱਤਾ, ਤੁਸੀਂ ਅਨਅਕੈਡਮੀ ਤੇ ਜਾ ਕੇ ਦੇਖ ਸਕਦੇ ਹੋ ਮੇਰੀ ਵੀਡੀਓਜ਼, ਜਿੰਨੇ ਵੀ ਟੌਪਿਕ ਹੈ ਉੱਥੇ ਧਿਆਨ ਦੇ ਨਾਲ, ਐਂਡ ਟੈਲੀਗ੍ਰਾਮ ਦੇ ਉੱਤੇ ਵੀ ਜੁਆਇਨ ਕਰ ਸਕਦੇ ਹੋ। ਆਪਣੇ ਮੈਸੇਜ ਜ਼ਰੂਰ ਚੈੱਕ ਕਰਿਆ ਕਰੋ ਕਮਿਊਨਿਟੀ ਦੇ ਮੇਰੇ, ਉੱਥੇ ਜਾ ਕੇ ਤੁਹਾਨੂੰ ਉੱਥੇ ਕੁਝ ਨੋਟਸ ਪਾਏ ਹੁੰਦੇ ਨੇ, ਉਹ ਵੀ ਤੁਹਾਡੀ ਕਾਫੀ ਜ਼ਿਆਦਾ ਹੈਲਪ ਕਰਨਗੇ। ਬਾਕੀ ਵੀਡੀਓਜ਼ ਅਸੀਂ ਨੈਕਸਟ ਦੇ ਵਿੱਚ ਕਰਾਂਗੇ। ਸੋ ਕੁਝ ਵੀ ਪੁੱਛਣਾ ਹੋਵੇ ਤੁਸੀਂ ਪੁੱਛ ਸਕਦੇ ਹੋ। ਥੈਂਕ ਯੂ।